ਮੇਲ ਲਹਿਓ ਦਇਆਲ, ਟਹਿ ਪਏ ਦੁਆਰਿਆ। ਰਖ ਲੇਵੋ ਦੀਨ ਦਇਆਲ, ਭਰਮਤ ਬਹੁ ਹਾਰਿਆ। ਭਗਤ ਵਛਲ ਤੇਰਾ ਬਿਰਦ, ਹਰ ਪਤਤ ਉਧਾਰਿਆ। ਤੁਝ ਬਿਨ ਨਾਹੀ ਕੋਇ, ਬਿਨੋ ਮੋਹਿ ਸਾਰਿਆ। ਕਰ ਗਹਿ ਲਿਹੋ ਦਇਆਲ, ਸਾਗਰ ਸੰਸਾਰਿਆ। ਹਮ ਮੈਲੇ ਤੁਮ ਊਜਲ ਕਰਤੇ, ਹਮ ਨਿਰਗੁਣ ਤੂ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ। ਨੀਕੋ ਠਾਕੁਰ ਦੇਸਾ, ਤੁਮ ਸਭ ਸਾਜੇ ਸਾਜ ਨਿਵਾਜੇ। ਜੀਉ ਪਿੰਡ ਦੇ ਪ੍ਰਾਨਾ, ਨਿਰਗੁਣਿਆਰੇ ਗੁਣ ਨਹੀਂ ਕੋਈ। ਤੁਮ ਦਾਨ ਦੇਹੋ ਮਿਹਰਬਾਨਾ, ਤੁਮ ਨਿਧਾਨ ਅਟਲ ਸੁਲਤਾਨ। ਜੀ ਜੰਤ ਸਭ ਜਾਚੈ, ਕਹੋ ਨਾਨਕ ਹਮ ਇਹ ਹਵਾਲਾ। ਰਾਗ ਸੰਤਨ ਕੈ ਪਾਛੈ, ਹੋਂ ਅਪਰਾਧੀ ਗੁਨਹਗਾਰ ਹੋਵੇ ਮੁਖ ਮੰਦਾ। ਚੋਰ ਜਿਆਰ ਜੁਆਰ ਹੋਂ, ਪਰ ਘਰ ਜੋ ਹੰਦਾ। ਨਿੰਦਕ ਦੁਸ਼ਟ ਹਰਾਮ ਖੋਰ, ਠਗ ਦੇਸ ਠਗੰਦਾ। ਕਾਮ ਕ੍ਰੋਧ ਮਦ ਲੋਭ ਮੋਹ, ਅਹੰਕਾਰ ਕਰੰਦਾ। ਵਿਸਾਸ ਘਾਤੀ ਕਿਰਤ ਘਣ, ਮੈਂ ਕੋ ਨ ਰਖੰਦਾ। ਸਿਮਰ ਮੁਰੀਦਾ ਢਾਡੀਆ, ਸਤਿਗੁਰ ਬਖਸ਼ੰਦਾ। ਲੇਖੈ ਕਤਹਿ ਨ ਛੂਟੀਐ, ਖਿਨ ਖਿਨ ਭੂਲਨਹਾਰ। ਬਖਸ਼ਨਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਜਾ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਜਾ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਬਾਤ ਪਾਤਸ਼ਾਹੀ ਦਸਵੀਂ। ਛਪੈ ਸੰਧ ਤਵੈ ਪ੍ਰਸਾਦ। ਚੱਕਰ ਚਿਹਨ ਅਰ ਵਰਨ ਜਾਤ, ਅਰ ਪਾਤ ਨਹਿਨ ਜੇਹੇ। ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕੇਹੇ। ਇਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਬਾਕ ਪਾਤਸ਼ਾਹੀ ਦਸਵੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਔਰ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਖਾਲਸਾ ਸਾਧ ਸੰਗਤ ਜੀ।
ਆਪ ਜੀ ਵਡਭਾਗੇ ਹੋ। ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ। ਆਸਾ ਦੀ ਵਾਰ ਜੀ ਕੀ ਬਾਣੀ ਕੀਰਤਨ ਸਰਵਣ ਕਰਨਾ ਕੀਤਾ ਹੈ। ਸੋ ਆਓ ਹੁਣ ਜੋ ਲੜੀਵਾਰ ਕਥਾ ਚੱਲ ਰਹੀ ਹੈ, ਸਤਿਗੁਰਾਂ ਦੀ ਕਿਰਪਾ ਨਾਲ ਸਤਿਗੁਰਾਂ ਨੇ ਆਪ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਕੱਲ੍ਹ ਜੋ ਤੁਐ ਪ੍ਰਸਾਦ ਸਵਈਏ, ਉਹ ਬਾਣੀ ਦੀ ਕਥਾ ਸਤਿਗੁਰਾਂ ਨੇ ਸੰਪੂਰਨ ਕਰਵਾਈ ਹੈ। ਸੋ ਅੱਜ ਸਤਿਗੁਰੂ ਜੀ ਆਪ ਹੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਜੋ ਉੱਚੀ ਸੁੱਚੀ ਬਾਣੀ ਨਿਤਨੇਮ ਦੀ ਦੂਜੇ ਨੰਬਰ 'ਤੇ ਬਾਣੀ ਹੈ, ਅੰਮ੍ਰਿਤ ਦੀ ਬਾਣੀਆਂ ਵਿੱਚ ਵੀ ਦੂਜੇ ਨੰਬਰ 'ਤੇ ਜੋ ਬਾਣੀ ਪੜ੍ਹੀ ਜਾਂਦੀ ਹੈ ਜਾਪ ਸਾਹਿਬ, ਉਸ ਦੀ ਕਥਾ ਅੱਜ ਸਤਿਗੁਰੂ ਜੀ ਆਪ ਜੀ ਕਿਰਪਾ ਕਰਕੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਰੰਭ ਕਰਾਉਣਗੇ। ਕਿਉਂਕਿ ਜੀਵ ਵਿੱਚ ਇਹ ਸਮਰੱਥਾ ਨਹੀਂ ਕਿ ਉਹ ਅਗਾਧ ਬੋਧ ਬਾਣੀ ਦੇ ਅਰਥ ਸਮਝ ਸਕੇ, ਕਿ ਗੁਰਬਾਣੀ ਦੇ ਅਰਥ ਉਹ ਕਰ ਸਕੇ। ਇਹ ਸਤਿਗੁਰੂ ਜੀ ਆਪ ਹੀ ਕਿਰਪਾ ਕਰਕੇ ਕਰਵਾ ਸਕਦੇ ਨੇ, ਨਹੀਂ ਤਾਂ ਬੰਦੇ ਦੇ ਵੱਸ ਕੁਝ ਨਹੀਂ ਹੈ। ਸੋ ਜੋ ਜਾਪ ਸਾਹਿਬ ਅੱਜ ਸਤਿਗੁਰਾਂ ਨੇ ਆਰੰਭ ਕਰਾਉਣਾ ਹੈ, ਇਸ ਦੀ ਜੋ ਉਥਾਨਕਾ ਹੈ, ਧੰਨ ਧੰਨ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਵਿਖੇ ਨਿਵਾਸ ਰੱਖ ਰਹੇ ਨੇ। ਕਾਇਰਤਾਈ ਨੂੰ ਮੇਟਣ ਵਾਸਤੇ, ਸੱਚੇ ਧਰਮ ਨੂੰ ਚੜ੍ਹਦੀ ਕਲਾ ਵਿੱਚ ਕਰਨ ਵਾਸਤੇ ਤੇ ਜੀਵਨ ਨੂੰ ਭਗਤੀ ਦੇ ਸ਼ਕਤੀ ਦੇ ਰੰਗ ਵਿੱਚ ਰੰਗਣ ਵਾਸਤੇ ਸਤਿਗੁਰਾਂ ਨੇ 1756 ਦੀ ਵਿਸਾਖੀ ਨੂੰ ਜੋ ਬਿਕਰਮੀ ਹੈ ਖਾਲਸਾ ਪੰਥ ਸਾਜਣਾ ਕੀਤਾ। 5 ਗੁਰਮੁਖ ਪਿਆਰਿਆਂ ਦੀ ਚੋਣ ਕੀਤੀ ਤੇ ਅੰਮ੍ਰਿਤ ਮਹਾਰਸ ਦਾ ਮਹਾਪੁਨੀਤ ਬਾਟਾ, ਪਵਿੱਤਰ ਬਾਟਾ ਤਿਆਰ ਕੀਤਾ ਤੇ 5 ਪਿਆਰਿਆਂ ਨੂੰ ਛਕਾਇਆ। ਉਸ ਤੋਂ ਬਾਅਦ ਸਤਿਗੁਰਾਂ ਨੇ ਆਪ 5 ਪਿਆਰਿਆਂ ਤੋਂ ਅੰਮ੍ਰਿਤ ਛਕਿਆ ਹੈ। ਅੱਜ ਕੱਲ੍ਹ ਕਈ ਕਹਿੰਦੇ ਨੇ ਕਿ ਸਾਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਮਨ ਸਾਫ਼ ਚਾਹੀਦਾ ਹੈ। ਪਰ ਕੀ ਸਾਡੇ ਮਨ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਜ਼ਿਆਦਾ ਸਾਫ਼ ਹੋ ਗਏ, ਜਿਨ੍ਹਾਂ ਨੇ ਆਪ 5 ਪਿਆਰਿਆਂ ਤੋਂ ਆਪ ਸਾਹਮਣੇ ਖੜ੍ਹ ਗਏ ਕਿ ਮੈਨੂੰ ਵੀ ਅੰਮ੍ਰਿਤ ਛਕਾਓ? ਕੀ ਸਾਡੇ ਮਨ ਉਹਨਾਂ ਨਾਲੋਂ ਜ਼ਿਆਦਾ ਸਾਫ਼ ਹੋ ਗਏ? ਮਹਾਰਾਜ ਕਹਿੰਦੇ ਸਤਿਗੁਰ ਬਾਝੋ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਮਹਾਰਾਜ ਕਹਿੰਦੇ ਕਿ ਗੁਰਾਂ ਦੇ ਬਾਝੋਂ ਸਾਰੇ ਨਿਗੁਰੇ ਨੇ। ਨਿਗੁਰੇ ਬੰਦੇ ਦਾ ਨਾਂ ਲੈਣਾ ਵੀ ਬੁਰਾ ਹੈ। ਸਤਿਗੁਰਾਂ ਨੇ ਆਪ 5 ਪਿਆਰਿਆਂ ਤੋਂ ਅੰਮ੍ਰਿਤ ਛਕਿਆ ਹੈ। ਆਪ ਉਹਨਾਂ ਦੇ ਅੱਗੇ ਬੇਨਤੀ ਕੀਤੀ ਕਿ ਮੈਨੂੰ ਵੀ ਅੰਮ੍ਰਿਤ ਛਕਾਓ। ਤੇ ਜਦੋਂ ਖਾਲਸਾ ਪੰਥ ਸਾਜਿਆ ਤੇ ਸਤਿਗੁਰਾਂ ਨੇ ਫਿਰ ਸਿੱਖਿਆ ਦਿੱਤੀ, ਰਹਿਤ ਸਹਿਤ ਜਹ ਪੰਚੋ ਮਿਲੇ, ਮਮ ਸਰੂਪ ਤਹ ਜਾਨੋ ਭਲੇ। ਕਦੇ ਜਿੱਥੇ ਵੀ ਰਹਿਤ ਬਾਨ ਤਿਆਰ ਬਰ ਤਿਆਰ 5 ਸਿੰਘ ਮਿਲ ਜਾਣ ਤਾਂ ਉੱਥੇ ਜਾਣਨਾ ਕਰੋ ਕਿ ਮੈਂ ਖੁਦ ਉੱਥੇ ਹਾਜ਼ਰ ਨਾਜ਼ਰ ਹਾਂ। 5 ਸਿੱਖਨ ਮਹਿ ਮੇਰੋ ਬਾਸਾ। ਉਸ ਤੋਂ ਬਾਅਦ ਫਿਰ ਜੋ 5 ਮੁਕਤੇ ਨੇ ਉਹਨਾਂ ਨੇ ਉੱਠ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਮਹਾਰਾਜ ਸਾਨੂੰ ਖਿਮਾ ਕਰੋ, ਅਸੀਂ ਸਮੇਂ ਦੀ ਸੰਭਾਲ ਨਹੀਂ ਕੀਤੀ, ਅਸੀਂ ਸਮੇਂ ਸਿਰ ਉੱਠੇ ਨਹੀਂ, ਹੁਣ ਸਾਨੂੰ ਵੀ ਅੰਮ੍ਰਿਤ ਛਕਾਉਣਾ ਕਰੋ। ਮਹਾਰਾਜ ਕਹਿੰਦੇ ਹੁਣ ਅਸੀਂ ਅੰਮ੍ਰਿਤ ਦਾ ਬਾਟਾ ਖੁੱਲ੍ਹਾ ਤਿਆਰ ਕਰਾਂਗੇ, ਖੁੱਲ੍ਹਾ ਵਰਤਾਵਾਂਗੇ।
ਉਸ ਸਮੇਂ 1,57,000 ਵਿੱਚੋਂ 20,000 ਨੇ ਅੰਮ੍ਰਿਤ ਪਾਨ ਕੀਤਾ, ਕਿਉਂਕਿ ਜੋ ਪਹਿਲੇ ਇਕੱਠ ਸੀਗਾ 10 ਲੱਖ ਦਾ, ਜਦੋਂ ਸਤਿਗੁਰਾਂ ਨੇ ਸੀਸ ਮੰਗੇ ਸੀ ਤਾਂ ਉਹ ਤਾਂ ਪਹਿਲੇ ਡਰ ਕੇ ਭੱਜ ਗਏ ਸੀ। ਪਰ ਜਿਹੜੇ 1,57,000 ਬਚੇ, ਉਹਨਾਂ ਵਿੱਚੋਂ 20,000 ਨੇ ਉਸੇ ਦਿਨ ਹੀ ਇੱਕੇ ਬਾਟੇ ਵਿੱਚ ਅੰਮ੍ਰਿਤ ਛਕਿਆ ਸੀ, ਅਤੇ ਤਿੰਨੇ ਮਾਤਾਵਾਂ ਨੇ, 4 ਸਾਹਿਬਜ਼ਾਦਿਆਂ ਨੇ ਵੀ ਅੰਮ੍ਰਿਤ ਛਕਿਆ। ਉਸ ਤੋਂ ਬਾਅਦ ਜਦੋਂ ਦੀਵਾਨ ਸਜਿਆ ਤਾਂ ਸਿੱਖਾਂ ਨੇ, 5 ਪਿਆਰਿਆਂ ਨੇ ਅਤੇ 5 ਮੁਕਤਿਆਂ ਨੇ, ਜੋ ਭਾਈ ਦੇਵਾ ਸਿੰਘ ਜੀ, ਭਾਈ ਰਾਮ ਸਿੰਘ ਜੀ, ਭਾਈ ਟਹਿਲ ਸਿੰਘ ਜੀ, ਭਾਈ ਈਸ਼ਰ ਸਿੰਘ ਜੀ, ਭਾਈ ਫਤਿਹ ਸਿੰਘ ਜੀ ਅਤੇ ਹੋਰ ਗੁਰਮੁਖ ਪਿਆਰੇ ਜੋ 15 ਮੁਖੀ ਸਨ, ਉਹਨਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ, ਆਪ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਵੇਲੇ ਜੋ ਦੂਜੇ ਨੰਬਰ 'ਤੇ ਸ਼੍ਰੀ ਜਾਪ ਸਾਹਿਬ ਦੀ ਬਾਣੀ ਪੜ੍ਹੀ ਹੈ, ਇਹ ਕਦੋਂ ਉਚਾਰਨ ਕੀਤੀ? ਸਾਨੂੰ ਮਹਾਰਾਜ ਦੱਸਣਾ ਕਰੋ। ਤਾਂ ਮਹਾਰਾਜ ਕਹਿੰਦੇ, ਹੇਮਕੁੰਡ ਪਰਬਤ ਹੈ ਜਹਾਂ, ਸਪਤ ਸ਼੍ਰਿੰਗ ਸੋਭਤ ਹੈ ਤਹਾਂ, ਤਹ ਹਮ ਅਦਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ। ਮਹਾਰਾਜ ਕਹਿੰਦੇ, ਜਦੋਂ ਮੈਂ ਦੁਸ਼ਟ ਦਮਨ ਰੂਪ ਵਿੱਚ ਸੀ, ਉਦੋਂ ਹੇਮਕੁੰਡ ਦੀ ਧਰਤੀ 'ਤੇ ਤਪ ਕੀਤਾ, ਜੋ ਕਾਲ ਦਾ ਵੀ ਕਾਲ ਕਰਨ ਵਾਲਾ ਪਰਮੇਸ਼ਰ ਹੈ, ਉਸ ਦੀ ਆਰਾਧਨਾ ਕਰਨਾ ਕੀਤੀ ਹੈ। ਇਹ ਬਿਦ ਕਰਤ ਤਪੱਸਿਆ ਭਇਓ, ਦਵੈ ਤੇ ਏਕ ਰੂਪ ਹੋਇ ਗਇਓ। ਜਦੋਂ ਇੰਨਾ ਸਮਾਂ ਕਈ ਯੁੱਗ ਤਪੱਸਿਆ ਕਰਦਿਆਂ ਨੂੰ ਲੰਘ ਗਏ ਤਾਂ ਦਵੈ ਤੇ ਏਕ ਰੂਪ ਹੋਇ ਗਇਓ, ਤਾਂ ਫਿਰ ਉਹ ਅਕਾਲ ਪੁਰਖ ਤੇ ਅਸੀਂ ਇੱਕ ਰੂਪ ਹੋ ਗਏ। ਫਿਰ ਕਹਿੰਦੇ, ਸਾਨੂੰ ਅਕਾਲ ਪੁਰਖ ਨੇ ਵਿਵਾਨ ਭੇਜ ਕੇ ਆਪ ਸੱਚਖੰਡ ਬੁਲਾਇਆ। ਸੱਚਖੰਡ ਜਾ ਕੇ ਮਹਾਰਾਜ ਨੇ ਅਕਾਲ ਪੁਰਖ ਦੀ ਪਰਿਕਰਮਾ ਕੀਤੀ ਅਤੇ ਸਨਮੁਖ ਹੋ ਕੇ ਸ਼੍ਰੀ ਜਾਪ ਸਾਹਿਬ ਦੀ ਬਾਣੀ, ਜੋ ਨਮਸਕਾਰ ਰੂਪੀ ਬਾਣੀ ਹੈ, ਪਰਮਾਤਮਾ ਦੀ ਜਿਸ ਵਿੱਚ ਉਸਤਤ ਹੈ, ਇਹ ਮਹਾਰਾਜ ਨੇ ਉਚਾਰਨਾ ਕੀਤੀ ਹੈ। ਇਹ ਉਥਾਨਕਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ, ਉਹ ਵੀ ਇਹ ਉਥਾਨਕਾ ਦੱਸਿਆ ਕਰਦੇ ਨੇ, ਅਤੇ ਸੂਰਜ ਪ੍ਰਕਾਸ਼ ਵਿੱਚ ਵੀ ਇਹ ਗੱਲ ਆਉਂਦੀ ਹੈ ਕਿ ਮਹਾਰਾਜ ਅਕਾਲ ਪੁਰਖ ਨੇ ਮਹਾਰਾਜ ਨੂੰ ਆਪ ਵਿਵਾਨ ਦੇ ਕੇ ਸੱਦਿਆ ਅਤੇ ਉਸ ਸਮੇਂ ਸਨਮੁਖ ਹੋ ਕੇ ਸਤਿਗੁਰਾਂ ਨੇ ਜਾਪ ਸਾਹਿਬ ਦੀ ਬਾਣੀ ਉਚਾਰਨ ਕੀਤੀ। ਜੋ ਜਾਪ ਸਾਹਿਬ ਦੇ ਕੁਛ ਕੁ ਅਰਥ ਨੇ ਇਹ ਅਨੰਦਪੁਰ ਸਾਹਿਬ ਪੜ੍ਹਾਏ ਨੇ, ਅਤੇ ਬਾਕੀ ਸਾਰੀ ਦਸਮ ਦੀ ਬਾਣੀ ਦੇ ਅਰਥ ਸ਼੍ਰੀ ਹਜ਼ੂਰ ਸਾਹਿਬ ਪੜ੍ਹਾਏ ਨੇ। ਅਤੇ ਪਾਉਂਟਾ ਸਾਹਿਬ ਵਿਖੇ ਜੋ ਅਕਾਲ ਉਸਤਤ ਦੀ ਬਾਣੀ, ਹੋਰ ਜਿੰਨੀ ਵੀ ਦਸਮ ਦੀ ਬਾਣੀਆਂ ਨੇ, ਇਹ ਪਾਉਂਟਾ ਸਾਹਿਬ ਵਿਖੇ ਸਤਿਗੁਰਾਂ ਨੇ ਉਚਾਰਨ ਕਰਨਾ ਕੀਤੀ ਹੈ। ਪਰ ਅੱਜ ਕੱਲ੍ਹ ਦਸਮ ਦੀ ਬਾਣੀ 'ਤੇ ਕਿੰਤੂ ਕੀਤਾ ਜਾਂਦਾ ਹੈ ਕਿ ਇਹ ਗੁਰਾਂ ਦੀ ਬਾਣੀ ਨਹੀਂ। ਕਈ ਤਾਂ ਕਹਿੰਦੇ ਨੇ ਇਹ ਕਿਸੇ ਕਵੀ ਦੀ ਬਾਣੀ ਹੈ, ਜਾਂ ਜੋ ਮਹਾਰਾਜ ਵੇਲੇ 52 ਕਵੀ ਸੀ ਉਹਨਾਂ ਵਿੱਚੋਂ ਕਿਸੇ ਦੀ ਬਾਣੀ ਹੈ। ਪਰ ਜੇ ਕਵੀ ਦੀ ਬਾਣੀ ਹੁੰਦੀ ਤਾਂ ਉਹ ਇਸ ਵਿੱਚ 10ਵੇਂ ਪਾਤਸ਼ਾਹ ਕਲਗੀਧਰ ਪਿਤਾ ਦੀ ਉਸਤਤ ਜ਼ਰੂਰ ਲਿਖਦਾ, ਪਰ ਇਸ ਵਿੱਚ ਕੀਤੇ ਮਹਾਰਾਜ ਦੀ ਉਸਤਤ ਨਹੀਂ ਆਉਂਦੀ, ਕਿਉਂਕਿ ਕਲਗੀਧਰ ਪਿਤਾ ਜੀ ਦੀ ਆਪ ਦੀ ਬਾਣੀ ਹੈ, ਮੁੱਖੋਂ ਉਚਾਰੀ ਬਾਣੀ ਹੈ, ਤਾਂ ਮਹਾਰਾਜ ਨੇ ਇਸ ਬਾਣੀ ਵਿੱਚ ਆਪਣੀ ਸਿਫਤ ਨਹੀਂ ਲਿਖੀ। ਇਸ ਵਿੱਚ ਉਸ ਅਕਾਲ ਪੁਰਖ ਦੀ ਸਿਫਤ ਲਿਖੀ ਹੈ। ਕਿੰਨੇ ਹੀ ਹਜ਼ਾਰਾਂ ਨਾਮ ਇਸ ਬਾਣੀ ਵਿੱਚ ਅਕਾਲ ਪੁਰਖ ਦੇ ਉਚਾਰੇ ਨੇ,
ਇਹ ਕੋਈ ਆਮ ਕਵੀ ਨਹੀਂ ਕਰ ਸਕਦਾ। ਜਿਵੇਂ ਪੁਰਾਤਨ ਸਮੇਂ ਵਿੱਚ ਵੀ ਰਿਖੀਆ ਨੇ ਇੱਕ ਨੇ ਗ੍ਰੰਥ ਤਿਆਰ ਕੀਤਾ ਸੀ, ਸੋ ਨਾਮ ਅਕਾਲ ਪੁਰਖ ਦਾ ਉਚਾਰਿਆ। ਪਰ ਧੰਨ ਹੈ ਸਤਿਗੁਰੂ ਮਹਾਰਾਜ, ਪਤਾ ਨਹੀਂ ਕਿੰਨੇ ਹੀ ਨਾਮ ਅਕਾਲ ਪੁਰਖ ਦੇ ਜੋ ਕਿਰਤਮ ਨਾਮ ਨੇ ਉਹ ਜਾਪ ਸਾਹਿਬ ਵਿੱਚ ਉਚਾਰਨਾ ਕੀਤੇ ਨੇ ਸਤਿਗੁਰਾਂ ਨੇ। 22 ਛੰਦਾਂ ਦੇ ਕਰੀਬ ਇਸ ਵਿੱਚ ਛੰਦ ਵਰਤੇ ਗਏ ਨੇ, ਜਿਹਦੇ ਵਿੱਚ ਭੁਜੰਗ ਪ੍ਰਿਆਤ ਛੰਦ ਕਈ ਵਾਰ ਆਉਂਦਾ ਹੈ। ਚਰਪਟ ਛੰਦ, ਚਾਚਰੀ ਛੰਦ, ਭਗਵਤੀ ਛੰਦ, ਹਰ ਬੋਲਮਨਾ ਛੰਦ, ਮਦਭਾਰ ਛੰਦ, ਛਪੈ ਛੰਦ, ਇਹ ਇਤਆਦਿਕ ਛੰਦ ਵਰਤੇ ਨੇ ਸਤਿਗੁਰਾਂ ਨੇ। ਇਸੇ ਤਰ੍ਹਾਂ ਜੋ ਜਾਪ ਸਾਹਿਬ ਹੈ, ਜਾਪ ਸਾਹਿਬ ਦਾ ਵੀ ਮਹਾਤਮ ਸਤਿਗੁਰਾਂ ਨੇ ਜਣਾਇਆ ਹੈ। ਪਰ ਜਿਹੜੇ ਦਸਮ ਦੀ ਬਾਣੀ 'ਤੇ ਕਿੰਤੂ ਕਰਨ ਵਾਲੇ ਅੱਜ ਕੱਲ੍ਹ ਨੇ, ਉਹ ਸਿੱਖੀ ਤੋਂ, ਗੁਰਾਂ ਦੀ ਬਾਣੀ ਤੋਂ, ਗੁਰਾਂ ਦੀ ਮੱਤ ਤੋਂ ਦੂਰ ਨੇ। ਜਿਵੇਂ ਪੰਜਮ ਪਾਤਸ਼ਾਹ ਜੀ ਨੇ ਜਦੋਂ ਹਲੇ ਗੁਰਗੱਦੀ 'ਤੇ ਨਹੀਂ ਸਨ ਬੈਠੇ, ਜਦੋਂ ਲਾਹੌਰ ਚੌਥੇ ਪਾਤਸ਼ਾਹ ਨੇ ਭੇਜਿਆ ਕਿ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ, ਤਾਂ ਉੱਥੋਂ ਫਿਰ ਪੰਚਮ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਿੱਠੀਆਂ ਘੱਲੀਆਂ ਕਿ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਿਕ ਕੀ ਨਿਆਈ। ਇਹ 3 ਚਿੱਠੀਆਂ ਜਦੋਂ ਭੇਜੀਆਂ ਅਤੇ ਉਸ ਤੋਂ ਬਾਅਦ ਜਦੋਂ ਲਾਹੌਰ ਤੋਂ ਵਾਪਸ ਆਏ, ਚੌਥੇ ਪਾਤਸ਼ਾਹ ਕੋਲ ਆਏ, ਗੁਰਗੱਦੀ 'ਤੇ ਬੈਠੇ, ਤਾਂ ਮਹਾਰਾਜ ਨੇ ਕਿਹਾ ਕਿ ਪੁੱਤਰ ਜੀ ਹੁਣ ਜੋ ਅਗਲਾ ਸ਼ਬਦ ਹੈ, ਚੌਥੀ ਪੌੜੀ, ਉਹ ਵੀ ਪੂਰਨ ਕਰਨਾ ਕਰੋ। ਤਾਂ ਮਹਾਰਾਜ ਨੇ ਬਾਣੀ ਉਚਾਰੀ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਵਿਨਾਸੀ ਘਰ ਮਹਿ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਜਦੋਂ ਗੁਰਗੱਦੀ 'ਤੇ ਬੈਠ ਗਏ ਉਦੋਂ ਫਿਰ ਨਾਨਕ ਨਾਮ ਉਚਾਰਿਆ ਹੈ, ਪਹਿਲੇ ਨਹੀਂ ਉਚਾਰਨ ਕੀਤਾ। ਫਿਰ ਇਸੇ ਤਰ੍ਹਾਂ 9ਵੇਂ ਪਾਤਸ਼ਾਹ ਨੇ ਜਦੋਂ ਪ੍ਰੀਖਿਆ ਲੈਣ ਵਾਸਤੇ ਵੀ ਦਿੱਲੀ ਤੋਂ 2 ਪੰਕਤੀਆਂ ਲਿਖ ਕੇ ਭੇਜੀਆਂ, ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜੋ ਹੋ ਸਹਾਏ। ਉਸ ਸਮੇਂ ਫਿਰ ਗੁਰਗੱਦੀ ਜਦੋਂ ਬਖਸ਼ੀ ਸੀ 10ਵੇਂ ਪਾਤਸ਼ਾਹ ਨੂੰ, ਕਲਗੀਧਰ ਪਿਤਾ ਜੀ ਨੂੰ, ਤਾਂ ਬਾਲ ਉਮਰ ਵਿੱਚ ਜਦੋਂ ਸੱਚੇ ਪਾਤਸ਼ਾਹ ਨੇ ਫਿਰ ਉੱਤਰ ਵਿੱਚ ਇਹ ਪੰਕਤੀਆਂ ਲਿਖੀਆਂ ਸੀ, ਬਲ ਹੋਆ ਬੰਧਨ ਛੁਟੇ ਸਭ ਕਿਛ ਹੋਤ ਉਪਾਏ, ਕਹੋ ਨਾਨਕ ਨਾਨਕ ਸਭ ਕੁਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਇਸੇ ਤਰ੍ਹਾਂ ਨਾਨਕ ਪਦ ਵਰਤਿਆ ਹੈ। ਪਹਿਲੇ ਦਸਮ ਦੇ ਸਰੂਪਾਂ ਵਿੱਚ ਕਿਤੇ ਕਿਤੇ ਇਸ ਦੋਹਰੇ ਮੁਰੇ, ਦੋਹਰੇ ਦੇ ਅੱਗੇ ਪਾਤਸ਼ਾਹੀ ਦਸਵੀਂ ਇੱਦਾਂ ਲਿਖਿਆ ਆਉਂਦਾ ਸੀ, ਪਰ ਹੌਲੀ ਹੌਲੀ ਇਹ ਅਲੋਪ ਹੋ ਗਿਆ। ਕਿਸੇ ਕਿਸੇ ਗ੍ਰੰਥ ਵਿੱਚ ਇਹ ਲਿਖਿਆ ਆਉਂਦਾ ਸੀ। ਸੋ ਇਹ ਬਾਣੀ 'ਤੇ ਕਿੰਤੂ ਕਰਨ ਦੀ ਗੱਲ ਨਹੀਂ ਬਣਦੀ। ਜਿਹੜੇ ਕਿੰਤੂ ਕਰਦੇ ਨੇ ਉਹਨਾਂ ਦੀ ਅਲਪ ਮਤ ਹੈ, ਛੋਟੀ ਬੁੱਧੀ ਹੈ, ਬੁੱਧੀਜੀਵੀ ਨੇ। ਉਹ 2-4 ਦੁਨਿਆਵੀ ਕਿਤਾਬਾਂ ਪੜ੍ਹ ਕੇ ਕਿੰਤੂ ਕਰੀ ਜਾਂਦੇ ਨੇ, ਪਰ ਜੋ ਸਤਿਗੁਰਾਂ ਦੀ ਸਮਰੱਥਾ ਹੈ, ਸਤਿਗੁਰਾਂ ਦੀ ਬਾਣੀ ਹੈ, ਜੋ ਆਤਮਿਕ ਗਿਆਨ ਹੈ, ਉਹਨਾਂ ਨੂੰ ਆਤਮਿਕ ਗਿਆਨ ਨਹੀਂ ਹੈ। ਦੁਨਿਆਵੀ ਗਿਆਨ ਤਾਂ ਬਥੇਰਾ ਹੋ ਸਕਦਾ ਹੈ, ਪਰ ਉਹਨਾਂ ਨੂੰ ਆਤਮਿਕ ਗਿਆਨ ਨਹੀਂ ਹੈ। ਆਤਮਿਕ ਗਿਆਨ ਦੇ ਬਿਨਾਂ ਗੱਲ ਨਹੀਂ ਬਣਦੀ। 2-4 ਦੁਨਿਆਵੀ ਕਿਤਾਬਾਂ ਜੀਆਂ ਪੜ੍ਹ ਕੇ ਕਹਿਣਗੇ ਜੀ ਇਹ ਇੱਦਾਂ ਚਰਿੱਤਰ ਲਿਖੇ ਨੇ, ਜਾਂ ਇਹ ਸਤਿਗੁਰਾਂ ਦੀ ਬਾਣੀ ਨਹੀਂ ਹੈ। ਉਹ ਭਾਈ ਜੇ ਤੁਹਾਨੂੰ ਬਾਣੀ ਸਮਝ ਨਹੀਂ ਆਉਂਦੀ ਤਾਂ ਸਿੱਧੇ ਕਹਿ ਦਿਓ ਵੀ ਸਾਡੀ ਬੁੱਧੀ ਨਹੀਂ ਹੈ, ਸਾਡੀ ਮੱਤ ਥੋੜ੍ਹੀ ਹੈ ਕਿ ਸਾਨੂੰ ਬਾਣੀ ਸਮਝ ਨਹੀਂ ਆਉਂਦੀ। ਜਿਹੜਾ ਬਾਣੀ 'ਤੇ ਕਿੰਤੂ ਕਰਦਾ ਹੈ ਸਿੱਧਾ ਨਰਕਾਂ ਨੂੰ ਜਾਂਦਾ ਹੈ।
ਜੇ ਰਾਮ ਰਾਏ ਨੇ ਬਾਣੀ ਦੀ ਤੁਕ ਹਲੇ ਮੁੱਖੋਂ ਹੀ ਬੋਲ ਕੇ ਬਦਲੀ ਸੀ, ਲਿਖਤੀ ਰੂਪ ਵਿੱਚ ਨਹੀਂ ਸੀ ਬਦਲੀ। ਮਿੱਟੀ ਮੁਸਲਮਾਨ ਦੀ ਜਗ੍ਹਾ ਮਿੱਟੀ ਬੇਈਮਾਨਗੀ ਹਲੇ ਬੋਲਿਆ ਸੀ, ਲਿਖਿਆ ਨਹੀਂ ਸੀ ਲਿਖਤੀ ਰੂਪ ਵਿੱਚ। ਤਾਂ ਮਹਾਰਾਜ ਨੇ ਕਿਹਾ ਸਤਵੇਂ ਪਾਤਸ਼ਾਹ ਨੇ ਕਿ ਰਾਮ ਰਾਏ ਨੂੰ ਕਹਿ ਦਿਓ ਮੇਰੇ ਮੱਥੇ ਨਾ ਲੱਗੇ। ਹੁਣ ਜਿਹੜੇ ਦਸਮ ਦੀ ਬਾਣੀ ਤੇ ਕਿੰਤੂ ਕਰਦੇ ਨੇ ਉਹ ਤਾਂ ਫਿਰ ਸਿੱਧੇ ਨਰਕਾਂ ਨੂੰ ਹੀ ਜਾਣਗੇ। ਦਸ਼ਮੇਸ਼ ਪਿਤਾ ਦੀ ਖੁਸ਼ੀ ਕਿੱਥੋਂ ਹੋ ਜਾਵੇਗੀ ਉਹਨਾਂ ਤੇ ਜਿਹੜੇ ਇਸ ਤਰ੍ਹਾਂ ਕਿੰਤੂ ਕਰਦੇ ਨੇ। ਇਹ ਜੋ ਦਸਮ ਦੀ ਬਾਣੀ ਰਚੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਜਪਜੀ ਸਾਹਿਬ ਦੀ ਬਾਣੀ ਆਉਂਦੀ ਹੈ। ਅਤੇ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਸੱਚੇ ਪਾਤਸ਼ਾਹ ਜੀਆਂ ਨੇ ਸਭ ਤੋਂ ਪਹਿਲੇ ਜਾਪ ਸਾਹਿਬ ਦੀ ਬਾਣੀ ਰਚਨਾ ਕੀਤੀ ਹੈ। ਜਿਵੇਂ ਇੱਕ ਜੋ ਹਰਗੋਬਿੰਦਪੁਰੇ ਦੇ ਗਿਆਨੀ ਠਾਕੁਰ ਸਿੰਘ ਜੀ ਹੋਏ ਨੇ ਭੱਲੇ ਸਾਹਿਬਜ਼ਾਦਿਆਂ, ਉਹਨਾਂ ਨੇ ਲਿਖਿਆ ਹੈ ਕਿ ਇੱਕ ਕਾਂਸੀ ਤੋਂ ਕਾਂਸੀ ਰਾਮ ਪੰਡਤ ਆਇਆ ਅਤੇ ਉਸਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਪਹਿਲੇ ਸ਼ਾਂਤ ਰਸ ਬਾਣੀ ਬਹੁਤ ਉਚਾਰਨ ਹੋ ਚੁੱਕੀ ਹੈ, ਆਪ ਜੀ ਕਿਰਪਾ ਕਰੋ ਵੀਰ ਰਸੀ ਬਾਣੀ ਉਚਾਰਨ ਕਰਨਾ ਕਰੋ। ਤਾਂ ਸਤਿਗੁਰਾਂ ਨੇ ਇਹ ਦਸਮ ਦੀ ਸਾਰੀ ਬਾਣੀ ਵੀਰ ਰਸੀ ਬਾਣੀ, ਜਿਹਦੇ ਵਿੱਚ ਵਿਰਾਗ ਵੀ ਹੈ, ਵੀਰ ਰਸ ਵੀ ਹੈ, ਭੀਵਤ ਰਸ ਵੀ ਹੈ, ਰੌਦਰ ਰਸ ਵੀ ਹੈ, ਇਹ ਵੀਰ ਰਸੀ ਬਾਣੀ ਸਤਿਗੁਰਾਂ ਨੇ ਉਚਾਰਨ ਕਰਨਾ ਕੀਤੀ ਹੈ। ਜੋ ਮਰਿਆਦਾ ਅਨੁਸਾਰ ਜੋ ਮਹਾਂਪੁਰਖ ਪਹਿਲੇ ਦੱਸਿਆ ਕਰਦੇ ਨੇ ਕਿ ਜੋ ਬੀਜ ਹੈ ਉਹ ਓਅੰਕਾਰ ਹੈ, ਬੀਜ ਮੰਤਰ। ਜੋ ਦੇਵਤਾ ਹੈ, ਦੇਵਤਾ ਅਕਾਲ ਪੁਰਖ ਹੈ। ਜੋ ਸ਼ਕਤੀ ਹੈ ਇਹ ਪੰਜ ਪਿਆਰੇ ਨੇ। ਜੋ ਰਿਖੀ ਹੈ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ। ਹੁਣ ਜਾਪ ਸਾਹਿਬ ਪੜ੍ਹਨ ਦੀ ਵਿਧੀ ਕਿਆ ਹੈ? ਇਹ ਮਹਾਂਪੁਰਖ ਸਭ ਤੋਂ ਪਹਿਲੇ ਮਰਿਆਦਾ ਇਹ ਦੱਸਿਆ ਕਰਦੇ ਸੀ ਜਦੋਂ ਕਥਾ ਕਰਿਆ ਕਰਦੇ ਸੀ ਕਿ ਜਾਪ ਸਾਹਿਬ ਪੜ੍ਹਨ ਦੀ ਵਿਧੀ ਕਿਆ ਹੈ। ਸਤਿਗੁਰਾਂ ਦੇ ਚਰਨਾਂ ਵਿੱਚ ਚਿੱਤ ਬਿਰਤੀ ਨੂੰ ਟਿਕਾ ਕੇ ਸਤਿਗੁਰਾਂ ਦਾ ਧਿਆਨ ਧਰ ਕੇ ਨਮਸਕਾਰ ਕਰਕੇ ਸਤਿਗੁਰਾਂ ਨੂੰ ਸਨਮੁਖ ਜਾਣ ਕੇ, ਅਕਾਲ ਪੁਰਖ ਨੂੰ ਸਨਮੁਖ ਜਾਣ ਕੇ ਇਹ ਬਾਣੀ ਪੜ੍ਹਨੀ ਹੈ। ਹੁਣ ਦੂਜੇ ਨੰਬਰ 'ਤੇ ਜਦੋਂ ਬਾਣੀ ਪੜ੍ਹਨੀ ਹੈ ਤਾਂ ਭਾਵਨਾ ਕਿਵੇਂ ਦੀ ਰੱਖਣੀ ਹੈ? ਜਦੋਂ ਬਾਣੀ ਪੜ੍ਹੀਏ ਜਾਪ ਸਾਹਿਬ ਜਾਂ ਹੋਰ ਕਿਵੇਂ ਦੀ ਭਾਵਨਾ ਰੱਖਣੀ ਹੈ? ਤਾਂ ਭਾਵਨਾ ਇਹ ਰੱਖਣੀ ਹੈ ਕਿ ਸਤਿਗੁਰੂ ਜੀ ਅਕਾਲ ਪੁਰਖ ਆਪ ਬਾਣੀ ਉਚਾਰ ਰਹੇ ਨੇ, ਪੜ੍ਹ ਰਹੇ ਨੇ ਅਤੇ ਆਪਾਂ ਹੱਥ ਜੋੜ ਕੇ ਸੁਣ ਰਹੇ ਹਾਂ। ਇੱਦਾਂ ਦੀ ਭਾਵਨਾ ਰੱਖਣੀ ਹੈ। ਇੱਕ ਰੂਪ ਹੋ ਕੇ ਉਚਾਰ ਰਹੇ ਨੇ। ਸਤਿਗੁਰਾਂ ਨੂੰ ਅੰਗ ਸੰਗ ਸਨਮੁਖ ਜਾਣਨਾ ਹੈ। ਜੋ ਲਕਸ਼ ਹੈ, ਲਕਸ਼ ਵਿੱਚ ਏਕਤਾ ਵਰਤਾਉਣੀ ਹੈ, ਭਾਵ ਕਿ ਇੱਕ ਜਾਣਨਾ ਹੈ। ਜਿਵੇਂ ਜੀਵ ਈਸ ਦਾ ਜੋ ਕਥਨ ਕਰਦੇ ਹਾਂ ਉਸ ਵਿੱਚ ਲੱਖ ਪਦ ਨੂੰ ਗ੍ਰਹਿਣ ਕਰਨਾ ਹੈ। ਲੱਖ ਕਹਿੰਦੇ ਨੇ ਨਿਸ਼ਚਾ, ਲੱਖ ਜਿਹਨੂੰ ਆਪਾਂ ਲਕਸ਼ ਵੀ ਕਹਿ ਦਿੰਦੇ ਹਾਂ। ਲਕਸ਼ ਆਪਣਾ ਕੌਣ ਹੈ? ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਵਿੱਚ ਆਪਾਂ ਨੇ ਧਿਆਨ ਜੋੜਨਾ ਹੈ, ਧਿਆਨ ਕਰਨਾ ਹੈ। ਅਤੇ ਬਾਣੀ ਪੜ੍ਹਨ ਲੱਗਿਆ ਇਹ ਸੋਚਣਾ ਹੈ ਕਿ ਜੋ ਮੇਰਾ ਸਰੂਪ ਹੈ ਉਹ ਸਰੂਪ ਦੇ ਲੱਖਣ ਹੋ ਰਹੇ ਨੇ, ਕਿ ਤੂੰ ਇਹੋ ਜਿਹਾ ਸਰੂਪ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰਿ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ। ਇਸੇ ਤਰ੍ਹਾਂ ਜਿਸ ਵਕਤ ਪਾਠ ਕਰਨਾ ਹੈ, ਸਤਿਗੁਰਾਂ ਨੂੰ ਅੰਗ ਸੰਗ ਜਾਣਨਾ ਹੈ, ਸਨਮੁਖ ਜਾਣ ਕੇ
ਕਿ ਸਤਿਗੁਰੂ ਜੀ ਬਾਣੀ ਪੜ੍ਹ ਰਹੇ ਨੇ ਤੇ ਮੈਂ ਬਾਣੀ ਸੁਣ ਰਿਹਾ ਹਾਂ। ਇਸੇ ਤਰ੍ਹਾਂ ਜਾਣਨਾ ਹੈ। ਇਹ ਮਰਿਆਦਾ ਹੈ, ਇਹ ਇੱਕ ਤਰੀਕਾ ਹੈ, ਢੰਗ ਹੈ ਗੁਰਬਾਣੀ ਪੜ੍ਹਨ ਦਾ। ਸੋ ਆਓ ਹੁਣ ਜੋ ਗੁਰਬਾਣੀ ਦੁਆਰਾ ਜੋ ਇਸ ਗੁਰਬਾਣੀ ਵਿੱਚ ਜੋ ਸਾਨੂੰ ਸਮਝਾਇਆ ਹੈ, ਜੋ ਅਕਾਲ ਪੁਰਖ ਦੀ ਉਸਤਤ ਕੀਤੀ ਹੈ, ਜੋ ਅਕਾਲ ਪੁਰਖ ਦੇ ਸਰੂਪ ਬਾਰੇ ਦੱਸਿਆ ਹੈ, ਕਿਵੇਂ ਨਮਸਕਾਰਾਂ ਕੀਤੀਆਂ ਨੇ, ਕਿਵੇਂ ਉਸਤਤੀ ਕੀਤੀ ਹੈ, ਉਹ ਸਾਰਾ ਸਤਿਗੁਰਾਂ ਦੀ ਕਿਰਪਾ ਨਾਲ ਜਾਣਨਾ ਕਰੀਏ। ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਜੋ ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ ਮੰਗਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਵਿੱਚ ਕਈ ਵਾਰ ਵਰਤਿਆ ਗਿਆ ਹੈ, ਕਈ ਵਾਰ ਲਿਖਿਆ ਗਿਆ ਹੈ। ਹੁਣ ਜਿਹੜੇ ਦਸਮ ਦੀ ਬਾਣੀ 'ਤੇ ਕਿੰਤੂ ਕਰਦੇ ਨੇ ਕਿ ਦਸਮ ਗੁਰਾਂ ਦੀ ਬਾਣੀ ਨਹੀਂ ਹੈ, ਜੇ ਗੁਰਾਂ ਦੀ ਬਾਣੀ ਨਾ ਹੁੰਦੀ ਤਾਂ ਸੱਚੇ ਪਾਤਸ਼ਾਹ ਇਹ ਮੰਗਲ ਨਾ ਵਰਤਦੇ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਨੇ ਨਿਮਰਤਾ ਜਣਾਈ ਹੈ। ਆਪਣੇ ਨਾਲੋਂ ਜੇ ਸਤਿਗੁਰਾਂ ਨੇ ਹਜ਼ੂਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਬਖਸ਼ੀ ਹੈ ਤਾਂ ਬਾਣੀ ਨੂੰ ਉੱਚਾ ਵੀ ਰੱਖਿਆ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਹਿਲੇ ਸਤਿਗੁਰਾਂ ਨੇ ਆਪਣੇ ਪੂਰਵਜਾਂ ਦੀ ਜੋ ਮੰਗਲ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰੂ ਨਾਨਕ ਮਹਾਰਾਜ ਤੋਂ ਚੱਲਦਾ ਆ ਰਿਹਾ ਹੈ, ਪਹਿਲੇ ਉਹ ਉਚਾਰਨ ਕੀਤਾ ਹੈ। ਇੱਕ ਉਹ ਇੱਕੋ ਇੱਕ ਰੂਪ ਹੈ, ਇੱਕ ਅਦਵੈਤ ਸਰੂਪ ਹੈ, ਅਖੰਡ ਸਰੂਪ ਹੈ। ਓੰਕਾਰ ਪ੍ਰਕਾਸ਼ ਸਰੂਪ ਹੈ, ਸਾਰਿਆਂ ਨੂੰ ਪ੍ਰਕਾਸ਼ਿਤ ਕਰਨ ਵਾਲਾ ਹੈ, ਪ੍ਰਕਾਸ਼ ਦੇਣ ਵਾਲਾ ਹੈ। ਸਤ ਨਾਸ ਤੋਂ ਰਹਿਤ ਹੈ, ਗੁਰ ਵੱਡਾ ਹੈ, ਪ੍ਰਸਾਦ ਆਨੰਦ ਸਰੂਪ ਹੈ। ਗੋ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਰੂਹ ਪ੍ਰਕਾਸ਼ ਕਰਨ ਵਾਲਾ ਹੈ। ਪ੍ਰਸਾਦ ਕਿਰਪਾਲੂ ਹੈ, ਐਸਾ ਜੋ ਸਤਿਗੁਰ ਅਕਾਲ ਪੁਰਖ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹੁਣ ਦੇਖੋ ਕਿੰਨੀ ਨਿਮਰਤਾ ਕਲਗੀਧਰ ਪਿਤਾ ਜੀ ਜਣਾ ਰਹੇ ਨੇ। ਕਦੇ ਜੋ ਫਤਿਹ ਹੈ ਇਹ ਵਾਹਿਗੁਰੂ ਦੀ ਫਤਿਹ ਹੈ, ਉਸ ਅਕਾਲ ਪੁਰਖ ਦੀ ਫਤਿਹ ਹੈ। ਜਿਹੜਾ ਉਸ ਵਾਹਿਗੁਰੂ ਗੁਰਮੰਤਰ ਨੂੰ ਜਪਦਾ ਹੈ ਉਸ ਦੀ ਸਦਾ ਲਈ ਫਤਿਹ ਹੋ ਜਾਂਦੀ ਹੈ, ਸਦਾ ਸਦਾ ਉਹਦੀ ਫਤਿਹ ਹੁੰਦੀ ਹੈ ਜਿਹੜਾ ਵਾਹਿਗੁਰੂ ਗੁਰਮੰਤਰ ਨੂੰ ਜਪਦਾ ਹੈ। ਸ਼੍ਰੀ ਸ਼੍ਰੋਮਣੀ ਹੈ। ਸ਼੍ਰੋਮਣੀ ਮੰਤਰ ਕੈਸਾ ਹੈ? ਫਤਿਹ, ਕਲਿਆਣ ਕਰਨ ਵਾਲਾ ਹੈ ਜੀਵਾਂ ਦੀ। ਜੋ ਜੀਵਾਂ ਦੀ ਕਲਿਆਣ ਕਰਦਾ ਹੈ ਐਸਾ ਸ਼੍ਰੋਮਣੀ ਵਾਹਿਗੁਰੂ ਮੰਤਰ ਹੈ। ਜਾਪ ਜਾਪ ਜਪਜੀ ਸਾਹਿਬ ਵਿੱਚ ਜਪ ਅਰਥ, ਜੋ ਜਪ ਪਦ ਆਇਆ ਹੈ ਉਸ ਦਾ ਅਰਥ ਹੈ ਜਪਣ ਯੋਗ, ਜੋ ਬਾਣੀ ਦਾ ਨਾਮ ਵੀ ਜਪ ਹੈ। ਜੀ ਆਪਾਂ ਸਤਿਕਾਰ ਵਜੋਂ ਲਾਉਂਦੇ ਹਾਂ ਅਤੇ ਇੱਥੇ ਮਹਾਰਾਜ ਨੇ ਜਾਪ ਬਾਣੀ ਦਾ ਨਾਮ ਵਰਤਿਆ ਹੈ। ਜਪ ਦਾ ਅਰਥ ਹੈ ਜਪਣ ਯੋਗ ਅਤੇ ਜਾਪ ਦਾ ਅਰਥ ਹੈ ਲਗਾਤਾਰ ਨਿਰੰਤਰ ਇੱਕ ਰਸ ਜਪਣਾ। ਇਹ ਜਾਪ ਦਾ ਅਰਥ ਹੈ। ਜਾਪ ਦਾ ਦੂਜਾ ਅਰਥ ਕਿ ਜਾਣਨਾ ਕਰੋ। ਅਨਵੈ ਕਰਕੇ ਮਹਾਂਪੁਰਖ ਅਰਥ ਕਰਿਆ ਕਰਦੇ ਨੇ ਜਾਪ। ਇਸ ਦਾ ਅਨਵੈ ਕਰਕੇ ਅਰਥ ਬਣਦਾ ਹੈ ਪੂਜਾ, ਜੋ ਪੂਜਣ ਯੋਗ ਹੈ। ਜੋ ਇਹ ਸੰਸਾਰ ਉਤਪੰਨ ਹੋ ਰਿਹਾ ਹੈ, ਸਾਰਾ ਸੰਸਾਰ, ਇਸ ਵਿੱਚ ਜੋ ਅਕਾਲ ਪੁਰਖ ਵਿਆਪਕ ਹੈ, ਵਿਆਪ ਰਿਹਾ ਹੈ, ਉਹ ਪੂਜਣ ਯੋਗ ਹੈ। ਜਾਪ ਬਾਣੀ ਦਾ ਨਾਮ ਹੈ ਕਿ ਜਪਣਾ ਕਰੋ,
ਜਾਣਨਾ ਕਰੋ, ਉਹ ਅਕਾਲ ਪੁਰਖ ਜੋ ਹੈ ਪੂਜਣ ਯੋਗ। ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀ। ਸ੍ਰੀ ਸ਼੍ਰੋਮਣੀ ਸ੍ਰੀ ਸੋਭਾ ਵਾਲੇ ਮੁਖ ਵਾਕ, ਜੋ ਮੁਖਾਂ ਤੋਂ ਜੋ ਬਚਨ ਪਰਮੇਸ਼ਰ ਨੇ, ਜੋ ਮੁਖ ਦੇ ਬਚਨ ਨੇ, ਜੋ ਆਪ ਉਚਾਰੇ ਨੇ ਮੁਖ ਵਾਕ, ਜੋ ਮੁਖ ਵਿੱਚੋਂ ਵਾਕ ਬਚਨ ਉਚਾਰੇ ਨੇ ਪਾਤਸ਼ਾਹੀ ਦਸਵੀਂ। ਪਾਤ ਕਹਿੰਦੇ ਨੇ ਤਖਤ ਨੂੰ ਤੇ ਸ਼ਾਹੀ ਕਹਿੰਦੇ ਨੇ ਮਾਲਕ, ਰਾਜਾ। ਜੋ ਤਖਤ ਦਾ ਰਾਜਾ ਹੈ, ਤਖਤ ਦਾ ਮਾਲਕ ਹੈ, ਪਾਤਸ਼ਾਹੀ ਦਸਵੀਂ। ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਵੇਂ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਉਂਦਾ ਹੈ ਨਾ, ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਆਪਾਂ ਨੇ ਇਸੇ ਤਰ੍ਹਾਂ ਉਚਾਰਨ ਕਰਨਾ ਹੈ। ਮਹੱਲਾ ਇੱਕ, ਮਹੱਲਾ ਦੋ ਇੱਦਾਂ ਉਚਾਰਨ ਨਹੀਂ ਕਰਨਾ। ਇੱਥੇ ਪਾਤਸ਼ਾਹੀ ਦਸਵੀਂ ਲਿਖਿਆ ਹੈ ਤਾਂ ਕਿਸੇ ਨੇ ਪਾਤਸ਼ਾਹੀ 10 ਨਹੀਂ ਕਹਿਣਾ, ਪਾਤਸ਼ਾਹੀ ਦਸਵੀਂ। ਦੱਦਾ ਸੱਸਾ ਵਾਵਿਨ ਵਿਹਾਰੀ ਦਸਵੀਂ, ਮੰਮੇ ਨਾਲ ਦਸਵੀਂ ਨਹੀਂ ਕਹਿਣਾ, ਪਾਤਸ਼ਾਹੀ ਦਸਵੀਂ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮੁਖ ਵਾਕ ਜੋ ਬਚਨ ਉਚਾਰਨ ਕਰਦੇ ਨੇ। ਛਪੈ ਛੰਦ ਤਵੈ ਪ੍ਰਸਾਦ। ਇਹ ਛਪੈ ਛੰਦ ਦਾ ਨਾਮ ਹੈ। ਇਹ 6 ਚਰਨਾਂ ਵਾਲਾ ਵੀ ਹੁੰਦਾ ਹੈ, ਇਹਦੇ 4 ਚਰਨ ਵੀ ਹੁੰਦੇ ਨੇ। ਇਹ ਮਾਤ੍ਰਿਕ ਛੰਦ ਹੈ, ਛਪੈ ਛੰਦ। ਛਪੈ ਛੰਦ ਤਵੈ ਪ੍ਰਸਾਦ। ਹੁਣ ਤਵੈ ਨੂੰ ਕਈ ਤਵੈ ਵੀ ਪੜ੍ਹਦੇ ਨੇ, ਕਈ ਤਵ ਵੀ ਪੜ੍ਹਦੇ ਨੇ। ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਰਵਿਦਾਸ ਜੀ ਨੇ ਲਿਖਿਆ ਹੈ, ਤਵ ਪ੍ਰਸਾਦ ਸੁਖੀ ਸਦ ਹੀ। ਤਵ ਤੱਤੇ ਨੂੰ ਔਂਕੜ ਤੇ ਐੜਾ। ਹੁਣ ਤੱਤੇ ਦੇ ਪੈਰ ਵਿੱਚ ਅੱਧਾ ਵਾਵਾ ਹੈ ਤਾਂ ਇਸ ਦਾ ਉਚਾਰਨ ਹੋਵੇਗਾ ਤੱਤੇ ਨੂੰ ਔਂਕੜ ਤੇ ਐੜਾ, ਤਵ ਤਵ ਪ੍ਰਸਾਦ। ਕਈ ਦਲਾਵਾਂ ਲਾ ਕੇ ਤਵੈ ਕਰਦੇ ਨੇ, ਪਰ ਜੋ ਤਵ ਪ੍ਰਸਾਦ, ਤੱਤੇ ਨੂੰ ਔਂਕੜ ਤੇ ਐੜਾ, ਤਵ ਪ੍ਰਸਾਦ। ਮਹਾਰਾਜ ਨੇ ਨਿਮਰਤਾ ਜਣਾਈ ਹੈ। ਅਕਾਲ ਪੁਰਖ ਸਾਹਮਣੇ ਸਨਮੁਖ ਖੜੇ ਨੇ ਕਿ ਤਵ ਪ੍ਰਸਾਦ, ਜੋ ਇਹ ਬਾਣੀ ਉਚਾਰਨ ਲੱਗਿਆ ਹਾਂ, ਜੋ ਉਸਤਤੀ ਉਚਾਰਨ ਲੱਗਿਆ ਹੈ ਸੱਚੇ ਪਾਤਸ਼ਾਹ ਜੀ, ਤਵ ਪ੍ਰਸਾਦ ਤੇਰੀ ਕਿਰਪਾ ਸੇ। ਤੇਰੀ ਕਿਰਪਾ ਨਾਲ ਇਹ ਬਾਣੀ ਉਚਾਰਨ ਲੱਗਿਆ ਹਾਂ। ਚੱਕਰ ਚਿਹਨ ਅਰ ਵਰਨ ਜਾਤ। ਹੁਣ ਅੱਗੇ ਜੋ ਨਿਰਗੁਣ ਸਰੂਪ ਹੈ, ਸਰਗੁਣ ਸਰੂਪ ਤਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਖੜੇ ਨੇ ਤੇ ਸਾਹਮਣੇ ਅਕਾਲ ਪੁਰਖ ਨਿਰਗੁਣ ਸਰੂਪ ਹੈ। ਹੁਣ ਨਿਰਗੁਣ ਸਰੂਪ ਦਾ ਇੱਥੇ ਵਰਣਨ ਕਰਦੇ ਨੇ ਚੱਕਰ। ਜਿਵੇਂ ਵਿਸ਼ਨੂੰ ਦੇ ਜਾਂ ਭਗਤਾਂ ਦੇ ਹੱਥ ਵਿੱਚ ਵਿਸ਼ਨੂੰ ਦੇ ਪਦਮ ਹੈ, ਚਰਨਾਂ ਵਿੱਚ ਵੀ ਪਦਮ ਹੈ, ਪੈਰ ਵਿੱਚ ਵੀ ਪਦਮ ਹੈ। ਜਿਵੇਂ ਵਿਸ਼ਨੂੰ ਆਦਿਕ ਤੇ ਭ੍ਰਿਗੂ ਆਦਿਕ ਦੇ ਇਹ ਚੱਕਰ ਜਾਂ ਚਿਹਨ ਹੁੰਦੇ ਨੇ, ਜਾਂ ਜਿਵੇਂ ਕਿਸੇ ਦੇ ਹੱਥ ਕੁਲਾਦ ਪਦਮ ਆਦਿ ਹੁੰਦਾ ਹੈ। ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਦਾ ਇੱਦਾਂ ਦਾ ਕੋਈ ਚੱਕਰ ਨਹੀਂ ਹੈ। ਉਸਦੇ ਹੱਥ ਦੇ ਕੋਈ ਚੱਕਰ ਨਹੀਂ ਹੈ, ਕੋਈ ਰੇਖਾ ਨਹੀਂ ਹੈ, ਨਾ ਉਸਦੇ ਕੋਈ ਪੈਰਾਂ ਵਿੱਚ ਰੇਖਾ ਹੈ, ਨਾ ਉਸ ਨੂੰ ਕੋਈ ਭਰਮ ਦਾ ਚੱਕਰ ਹੈ, ਉਹ ਭਰਮ ਦਾ ਵੀ ਨਹੀਂ ਹੈ। ਉਹ ਕਾਲ ਚੱਕਰ ਵਿੱਚ ਵੀ ਨਹੀਂ ਪੈਂਦਾ। ਜੋ ਸ਼ਮਸ਼ਾਨ ਪੌਣ ਹੈ, ਭਾਵ ਕਿ ਉਤਲੀ ਹਵਾ ਉੱਤੇ ਤੇ ਹੇਠਲੀ ਹਵਾ ਹੇਠਾਂ। ਜਿਵੇਂ ਬਿਆਸ ਰਿਖੀ ਨੇ ਉਹ ਜਦੋਂ ਕੋੜੀ ਨੂੰ ਕਥਾ ਸੁਣਾਈ ਸੀ ਨਾ,
ਉਹ ਪਹਿਲੇ ਕਿਹਾ ਸੀ ਕਿ ਜਦੋਂ ਕਥਾ ਮਹਾਭਾਰਤ ਦੀ ਸੁਣਾਵਾਂਗਾ ਤਾਂ ਸ਼ੰਕਾ ਨਾ ਕਰੀ। ਜਦੋਂ ਭੀਮ ਸੈਨ ਦੀ ਗੱਲ ਆਈ ਕਿ ਭੀਮ ਸੈਨ ਨੇ ਹਾਥੀ ਆਕਾਸ਼ ਨੂੰ ਜਲਾ ਮਾਰੇ ਅਤੇ ਹੁਣ ਤੱਕ ਮੁੜ ਕੇ ਵਾਪਸ ਨਹੀਂ ਆਏ, ਤਾਂ ਉਸਨੇ ਸ਼ੰਕਾ ਕੀਤੀ ਕਿ ਇਹ ਕਿਵੇਂ ਹੋ ਸਕਦਾ ਹੈ। ਨੱਕ ਜਾ ਵੱਟ ਕੇ ਚਲਾ ਗਿਆ ਸੀ ਤਾਂ ਨੱਕ ਵਿੱਚ ਕੋਹੜ ਰਹਿ ਗਿਆ ਅਤੇ ਕੋਹੜੀ ਹੋ ਕੇ ਫਿਰ ਮਰ ਗਿਆ ਸੀ। ਉਹ ਜੋ ਉਤਲੀ ਪੌਣ ਵਿੱਚ ਉੱਥੇ ਹੀ ਹਾਥੀ ਮਰ ਗਏ ਸੀ ਅਤੇ ਜੋ ਉਹਨਾਂ ਦੇ ਕਰੰਗ ਸੀ ਨਾ, ਤਾਂ ਫਿਰ ਉਹ ਦਿਖਾਏ ਵੀ ਸੀ। ਇਸੇ ਤਰ੍ਹਾਂ ਇਹ ਸ਼ਮਸ਼ਾਨ ਜੋ ਪੌਣ ਹੈ, ਉਸ ਅਕਾਲ ਪੁਰਖ ਨੂੰ ਕੋਈ ਪੌਣਾ ਦਾ ਚੱਕਰ ਵੀ ਨਹੀਂ ਹੈ। ਉਹ ਕਾਲ ਆਦਿਕ ਚੱਕਰ ਵਿੱਚ ਵੀ ਨਹੀਂ ਪੈਂਦਾ। ਚਿਹਨ ਜਿਵੇਂ ਰਾਮਾਨੰਦ ਨੇ ਗਲ ਵਿੱਚ ਕੰਠੀ ਪਾ ਲਈ, ਕੋਈ ਗਲ ਵਿੱਚ ਮਾਲਾ ਆਦਿਕ ਪਾ ਕੇ ਰੱਖਦਾ ਹੈ। ਕਿਸੇ ਜੋਗੀ ਨੇ ਜਟਾ ਵਧਾ ਲੀਆਂ, ਇਹ ਉਹਦਾ ਚਿੰਨ੍ਹ ਬਣ ਜਾਂਦਾ ਹੈ। ਕਿਸੇ ਨੇ ਹੱਥਾਂ ਵਿੱਚ ਮੁੰਦਰਾਂ ਪਾ ਲਈਆਂ, ਇਹ ਉਹਦਾ ਚਿੰਨ੍ਹ ਬਣ ਜਾਂਦਾ ਹੈ। ਜਿਵੇਂ ਵਿਸ਼ਨੂੰ ਨੇ ਹੱਥਾਂ ਵਿੱਚ ਸ਼ਾਸਤਰ ਰੱਖੇ ਨੇ, ਗਦਾ ਹੈ ਜਾਂ ਚੱਕਰ ਹੈ, ਇਹ ਉਹਦੇ ਚਿੰਨ੍ਹ ਨੇ। ਪਰ ਜੋ ਅਕਾਲ ਪੁਰਖ ਹੈ ਉਸਦਾ ਕੋਈ ਵੀ ਚਿੰਨ੍ਹ ਨਹੀਂ ਹੈ, ਚਿੰਨ੍ਹ ਨਹੀਂ ਹੈ। ਅਰ ਵਰਨ ਜਾਤ, ਅਰ ਕਹਿੰਦੇ ਨੇ ਔਰ, ਜਿਵੇਂ ਆਪਾਂ ਕਹਿੰਦੇ ਨੇ ਅਤੇ, ਅਰ ਔਰ। ਵਰਨ ਜਿਵੇਂ 4 ਵਰਨ ਨੇ, ਖੱਤਰੀ ਬ੍ਰਾਹਮਣ ਸੂਦ ਵੈਸ। ਹੁਣ ਜੇ ਬ੍ਰਾਹਮਣ ਕਹੇ ਕਿ ਸਾਡਾ ਹੀ ਪਰਮੇਸ਼ਰ ਹੈ, ਖੱਤਰੀ ਕਹੇ ਸਾਡਾ ਪਰਮੇਸ਼ਰ ਹੈ, ਸ਼ੂਦਰ ਵੈਸ਼ ਕੇ ਸਾਡਾ ਪਰਮੇਸ਼ਰ ਹੈ, ਪਰ ਉਹ ਪਰਮਾਤਮਾ ਦਾ ਕੋਈ ਵਰਨ ਨਹੀਂ ਹੈ। ਨਾ ਪਰਮਾਤਮਾ ਬ੍ਰਾਹਮਣ ਹੈ, ਨਾ ਹੀ ਅਕਾਲ ਪੁਰਖ ਖੱਤਰੀ ਹੈ, ਨਾ ਸ਼ੂਦਰ ਹੈ, ਨਾ ਵੈਸ ਹੈ। ਭਾਵ ਕਿ ਪਰਮਾਤਮਾ ਦਾ ਕੋਈ ਵਰਨ ਨਹੀਂ ਹੈ। ਦੂਜਾ ਅਰਥ ਵਰਨ ਕਹਿੰਦੇ ਨੇ ਅੱਖਰਾਂ ਨੂੰ। ਪਰਮਾਤਮਾ ਅੱਖਰਾਂ ਦੀ ਗਿਣਤੀ ਵਿੱਚ ਵੀ ਨਹੀਂ ਆਉਂਦਾ। ਵਰਨ ਕਹਿੰਦੇ ਨੇ ਰੰਗ ਨੂੰ। ਪਰਮਾਤਮਾ ਦਾ ਕੋਈ ਰੰਗ ਵੀ ਨਹੀਂ ਹੈ। ਅਤੇ ਵਰਨ ਅੱਖਰਾਂ ਵਿੱਚ ਵੀ ਨਹੀਂ ਆਉਂਦਾ। ਵਰਨ ਰੰਗ ਰੂਪ ਵੀ ਨਹੀਂ ਹੈ। ਅਤੇ ਵਰਨ ਕਹਿੰਦੇ ਨੇ ਕਥਨ ਕਰਨਾ। ਭਾਵ ਕਿ ਆਪਾਂ ਕਹਿੰਦੇ ਨੇ ਵਰਣਨ ਕਰੋ ਜਾਂ ਫਲਾਣਾ ਸਿਰਲੇਖ ਵਰਣਨ ਕਰੋ, ਕਥਾ ਵਰਣਨ ਕਰੋ। ਵਰਨ ਕਹਿੰਦੇ ਨੇ ਕਥਨ ਕਰਨਾ। ਭਾਵ ਕਿ ਪਰਮਾਤਮਾ ਕਥਨ ਕਰਨ ਵਿੱਚ ਵੀ ਨਹੀਂ ਆਉਂਦਾ। ਜਾਤ ਉਸ ਦੀ ਕੋਈ ਜਾਤ ਵੀ ਨਹੀਂ ਹੈ। ਉਹ ਕਿਸੇ ਜਾਤ ਨਾਲ ਨਹੀਂ ਸੰਬੰਧ ਰੱਖਦਾ। ਜੇ ਕਹੇ ਪਰਮਾਤਮਾ ਹਿੰਦੂ ਹੈ ਜਾਂ ਪਰਮਾਤਮਾ ਮੁਸਲਮਾਨ ਹੈ, ਅਕਾਲ ਪੁਰਖ, ਜਾਂ ਉਹ ਸਿੱਖ ਹੈ, ਉਸ ਦੀ ਕੋਈ ਜਾਤ ਨਹੀਂ ਹੈ। ਉਹ ਕਿਸੇ ਜਾਤ ਵਿੱਚ ਨਹੀਂ ਆਉਂਦਾ। ਜਾਤ ਨਾਮ ਉਤਪਤੀ ਦਾ ਹੈ। ਪਰਮਾਤਮਾ ਨੂੰ ਕੋਈ ਪੈਦਾ ਨਹੀਂ ਕਰ ਸਕਦਾ, ਉਸ ਦੀ ਉਤਪਤੀ ਨਹੀਂ ਹੈ। ਜਾਤ ਦਾ ਅਰਥ ਹੈ ਜਾਣਨਾ। ਪਰਮਾਤਮਾ ਜਾਣਨ ਤੋਂ ਰਹਿਤ ਹੈ। ਜਾਤ ਦਾ ਅਰਥ ਹੈ ਚਲੇ ਜਾਣਾ। ਉਹ ਪਰਮਾਤਮਾ ਜੂਨਾ ਆਦਿਕ ਵਿੱਚ ਵੀ ਨਹੀਂ ਜਾਂਦਾ, ਉਸ ਦੀ ਕੋਈ ਜਾਤ ਨਹੀਂ ਹੈ। ਅਰ ਪਾਤ ਨਹਿਨ ਜੇਹੇ, ਨਹਿਨ ਕਹਿੰਦੇ ਨਹੀਂ, ਜਿਹੇ ਜਿਸ ਦਾ। ਅਰ ਪਾਤ ਨਹਿਨ ਜੇ। ਹੁਣ ਜਾਤ ਵਿੱਚੋਂ ਪਾਤਾਂ ਨਿਕਲਦੀਆਂ ਨੇ। ਜਿਵੇਂ ਕੋਈ ਜੱਟ ਹੈ ਜਾਂ ਸਿੱਧੂਆਂ ਵਿੱਚੋਂ ਬਰਾੜ ਨਿਕਲੇ, ਇੱਕ ਜਾਤ ਵਿੱਚੋਂ ਅੱਗੇ ਕਈ ਪਾਤਾਂ ਬਣ ਜਾਣੀਆਂ। ਜਿਵੇਂ ਕਹਿੰਦੇ ਉਹ ਜੱਟ ਸਿੱਖ ਹੈ, ਉਹ ਰਾਮਦਾਸੀਆ ਸਿੱਖ ਹੈ। ਇੱਦਾਂ ਇੱਕ ਜਾਤ ਵਿੱਚੋਂ ਅੱਗੇ ਤੋਂ ਅੱਗੇ ਕਈ ਜਾਤਾਂ ਪਾਤਾਂ ਨਿਕਲ ਜਾਣੀਆਂ ਕਿ ਉਹ ਵੱਡਾ ਹੈ, ਉਸ ਤੋਂ ਛੋਟਾ ਹੈ, ਉਸ ਤੋਂ ਛੋਟਾ ਹੈ। ਇਸ ਤਰ੍ਹਾਂ ਜੋ ਪਰਮਾਤਮਾ ਹੈ, ਅਕਾਲ ਪੁਰਖ ਹੈ, ਉਸ ਦੀ ਪਾਤ
ਸ਼੍ਰੇਣੀਆਂ ਆਦਿਕ ਵਿੱਚ ਨਹੀਂ ਉਹ ਆਉਂਦਾ। ਵਾਹ ਜੋ ਪੰਕਤੀਆਂ ਆਦਿਕ ਵਿੱਚ ਨਹੀਂ ਆਉਂਦਾ। ਪਰਮਾਤਮਾ ਦਾ ਕੋਈ ਪਾਤ ਭੇਦ ਨਹੀਂ ਪਾ ਸਕਦਾ। ਉਸ ਨੂੰ ਕੋਈ ਅਬਰੋ ਇੱਛਾ ਨਹੀਂ ਹੈ। ਉਹ ਨਾਸ ਤੋਂ ਰਹਿਤ ਹੈ। ਪਰਮਾਤਮਾ ਅਕਾਲ ਪੁਰਖ ਰੂਪ ਰੰਗ ਅਰ ਰੇਖ ਭੇਖ। ਉਸ ਦਾ ਕੋਈ ਰੂਪ ਨਹੀਂ ਹੈ। ਉਸ ਦਾ ਕੋਈ ਆਕਾਰ ਨਹੀਂ ਹੈ। ਜਿਵੇਂ ਗਰੁੜ ਆਦਿਕ, ਬਿੱਲੇ ਆਦਿਕ, ਇਹ ਆਕਾਰ ਇਤਿਆਦਿਕ ਬਣਾਏ ਨੇ ਕਿ ਅਸੀਂ ਕਲਪਨਾ ਕਰੀਏ ਕਿ ਪਰਮਾਤਮਾ ਦਾ ਇੱਦਾਂ ਦਾ ਰੂਪ ਹੋਵੇਗਾ। ਰੂਪ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਰੂਪ ਦੀ ਕਲਪਨਾ ਤਾਂ ਕਰੀਏ ਕਿਉਂਕਿ ਉਹ ਨਿਰਗੁਣ ਸਰੂਪ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ। ਉਸ ਦਾ ਕਿਵੇਂ ਕੋਈ ਰੂਪ ਹੋ ਸਕਦਾ ਹੈ? ਪਰਮਾਤਮਾ ਦਾ ਕੋਈ ਰੂਪ ਨਹੀਂ ਹੈ। ਰੰਗ ਅਰ ਰੰਗ, ਰੰਗ ਜਿਵੇਂ ਕਹਿ ਦਿਓ ਕਿ ਫਲਾਣੇ ਦਾ ਗੋਰਾ ਰੰਗ ਹੈ, ਉਹ ਫਲਾਣੇ ਦਾ ਕਾਲਾ ਰੰਗ ਹੈ, ਜਾਂ ਕਿਸੇ ਦਾ ਸਾਵਲਾ ਰੰਗ ਹੈ, ਪਰ ਪਰਮਾਤਮਾ ਦਾ ਕੋਈ ਰੰਗ ਨਹੀਂ ਹੈ। ਆਪਾਂ ਕਹਿ ਨਹੀਂ ਸਕਦੇ ਕਿ ਪਰਮਾਤਮਾ ਸ਼ਿਆਮ ਰੰਗਾ ਹੈ, ਜਾਂ ਪਰਮਾਤਮਾ ਕਾਲੇ ਰੰਗ ਦਾ ਹੈ, ਜਾਂ ਪਰਮਾਤਮਾ ਗੋਰੇ ਰੰਗ ਦਾ ਹੈ। ਉਹ ਇਹਨਾਂ ਰੰਗਾਂ ਤੋਂ ਰਹਿਤ ਹੈ। ਰਜੋ ਤਮੋ ਸਤੋ ਤੋਂ ਰਹਿਤ ਹੈ ਪਰਮਾਤਮਾ। ਅਰ ਰੇਖ ਭੇਖ। ਰੇਖ ਜਿਵੇਂ ਹੱਥ ਦੀ ਰੇਖਾਵਾਂ ਹੁੰਦੀਆਂ ਨੇ, ਪੈਰਾਂ ਦੀਆਂ ਰੇਖਾਵਾਂ ਹੁੰਦੀਆਂ ਨੇ, ਉਹਦਾ ਕੋਈ ਰੇਖ ਨਹੀਂ ਹੈ। ਜੋ ਮੱਛ ਕੱਛ ਆਦਿਕ ਤੋਂ ਰਹਿਤ ਹੈ, ਰੇਖ ਨਹੀਂ ਹੈ। ਭੇਖ, ਉਹ ਭੇਖਾਂ ਤੋਂ ਰਹਿਤ ਹੈ। ਉਹ ਕਿਸੇ ਸੰਨਿਆਸੀ, ਉਦਾਸੀ ਇਤਿਆਦਿਕ ਭੇਖਾਂ ਵਿੱਚ ਨਹੀਂ ਆਉਂਦਾ। ਅਤੇ ਨਾ ਹੀ ਜਿਵੇਂ ਕੋਈ ਬਨਾਵਟ ਬਣਾਉਂਦਾ ਹੈ, ਉਦਾਸੀਆਂ ਨੇ ਉਹਨਾਂ ਜਿਹਨੇ ਕੱਪੜੇ ਲਾਹ ਤੇ, ਜਾਂ ਸੰਨਿਆਸੀ ਨੇ ਕੰਨਾਂ 'ਚ ਮੁੰਦਰਾ ਪਾ ਲਈਆਂ, ਇੱਦਾਂ ਦੀ ਬਨਾਵਟਾਂ ਕਰ ਲਈਆਂ, ਜਾਂ ਕਿਸੇ ਨੇ ਜਟਾਂ ਹੀ ਰੱਖ ਕੇ ਵਧਾ ਲਈਆਂ, ਜੂੜਾ ਕਰ ਲਿਆ। ਜਿਵੇਂ ਕਈ ਤਰ੍ਹਾਂ ਦੇ ਭੇਖ ਬਣਾਉਂਦੇ ਨੇ ਨਾ, ਉਹ ਪਰਮਾਤਮਾ ਕਿਸੇ ਭੇਖ ਵਿੱਚ ਵੀ ਨਹੀਂ ਆਉਂਦਾ। ਉਹ ਭੇਖ ਤੋਂ ਰਹਿਤ ਹੈ। ਅਕਾਲ ਪੁਰਖ ਕੋ ਕਹਿ ਨਾ ਸਕਤ ਕਹਿ ਕੇਹ। ਕਿਸੇ ਪ੍ਰਕਾਰ ਕੋਈ ਕਹਿ ਨਹੀਂ ਸਕਦਾ। ਕੋ ਕਹਿ ਨਾ ਸਕਤ ਕੇਹ। ਸਕਤ ਸ਼ਕਤੀ ਬਿਰਤੀ ਕਰਕੇ ਕੋਈ ਕਹਿ ਨਹੀਂ ਸਕਦਾ। ਕਹੇ ਕਿਵੇਂ ਕੋਈ ਕਹਿ ਸਕਦਾ ਹੈ? ਅਚਲ ਮੂਰਤ ਅਨਭਉ ਪ੍ਰਕਾਸ਼। ਹੁਣ ਅੱਗੇ ਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪ ਜੀ ਕਹਿੰਦੇ ਕਿ ਨਾ ਉਸ ਦਾ ਕੋਈ ਚੱਕਰ ਹੈ, ਨਾ ਕੋਈ ਚਿਹਨ ਹੈ, ਨਾ ਕੋਈ ਵਰਨ ਹੈ, ਨਾ ਕੋਈ ਜਾਤੀ ਹੈ, ਨਾ ਰੂਪ ਹੈ, ਨਾ ਰੰਗ ਹੈ। ਫਿਰ ਉਹ ਪਰਮਾਤਮਾ ਦਾ ਸਰੂਪ ਕਿਵੇਂ ਦਾ ਹੈ? ਸਾਨੂੰ ਦੱਸੋ ਪਰਮਾਤਮਾ ਦਾ ਸਰੂਪ ਕਿਵੇਂ ਦਾ ਹੈ? ਅਚਲ ਮੂਰਤ ਅਨਭਉ ਪ੍ਰਕਾਸ਼। ਮਹਾਰਾਜ ਕਹਿੰਦੇ ਅਕਾਲ ਪੁਰਖ ਦਾ ਰੂਪ ਜੋ ਹੈ ਅਚਲ ਹੈ। ਅਚਲ ਮੂਰਤ, ਮੂਰਤ ਕਹਿੰਦੇ ਨੇ ਰੂਪ ਨੂੰ, ਹਸਤੀ ਨੂੰ, ਸਰੂਪ। ਅਚਲ ਉਹ ਚਲਾਏਮਾਨ ਨਹੀਂ ਹੈ, ਭਾਵ ਕਿ ਉਸ ਦਾ ਸਰੂਪ ਨਾਸ਼ਵੰਤ ਨਹੀਂ ਹੈ। ਜੋ ਆਪਣੇ ਸਰੂਪ ਨੇ ਇਹ ਚਲਾਏਮਾਨ ਨੇ, ਇਹ ਨਾਸ਼ ਹੋ ਸਕਦੇ ਨੇ, ਬਣ ਸਕਦੇ ਨੇ, ਆਉਂਦੇ ਜਾਂਦੇ ਨੇ, ਨਾਸ਼ ਹੋ ਸਕਦੇ ਨੇ। ਪਰ ਪਰਮਾਤਮਾ ਦਾ ਸਰੂਪ ਅਚਲ ਹੈ, ਉਹ ਚਲਾਏਮਾਨ ਨਹੀਂ ਹੈ। ਬਲਕਿ ਜੋ ਹੋਰ ਨੇ, ਹੋਰਨਾਂ ਨੂੰ ਚਲਾਏਮਾਨ ਕਰਨ ਵਾਲਾ ਉਹ ਅਕਾਲ ਪੁਰਖ ਹੈ। ਉਹ ਐਸਾ ਪਰਮਾਤਮਾ ਅਨਭਉ ਪ੍ਰਕਾਸ਼। ਜਿਵੇਂ ਮੂਲ ਮੰਤਰ ਵਿੱਚ ਆਪਾਂ ਪੜ੍ਹਦੇ ਹਾਂ ਨਾ, ਸਹਿਭੰ, ਭਾਵ ਕਿ ਆਪਣੇ ਆਪ ਪ੍ਰਕਾਸ਼, ਸੁਦੇ ਸਿੱਧ ਪ੍ਰਕਾਸ਼। ਉਸ ਨੂੰ ਕੋਈ ਪੈਦਾ ਨਹੀਂ ਕਰ ਸਕਦਾ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਵਰਤਿਆ ਹੈ ਅਨਭਉ ਪ੍ਰਕਾਸ਼।
ਭਾਵ ਕਿ ਉਹ ਪਰਮਾਤਮਾ ਆਪਣੇ ਆਪ ਵਿੱਚ ਪ੍ਰਕਾਸ਼ ਹੈ। ਅਨ ਕਹਿੰਦੇ ਨੇ ਰਹਿਤ, ਭਉ ਕਹਿੰਦੇ ਨੇ ਡਰ ਨੂੰ। ਉਹ ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ ਹੈ, ਉਹ ਭੈ ਤੋਂ ਰਹਿਤ ਹੈ, ਉਹ ਸੁਤੇ ਪ੍ਰਕਾਸ਼ ਹੈ। ਜੋ ਪਰਮਾਤਮਾ ਹੈ ਉਹ ਪਰਤੇ ਪ੍ਰਕਾਸ਼ਕ ਨਹੀਂ ਹੈ। ਪਰਤੇ ਕਹਿੰਦੇ ਨੇ ਕਿਸੇ ਦੁਆਰਾ, ਜਿਵੇਂ ਸੂਰਜ ਹੈ, ਤਾਰੇ, ਚੰਦਰਮਾ, ਬਿਜਲੀ ਜਾਂ ਬੁੱਧੀ ਹੈ। ਇਹ ਜੋ ਖੱਟ 6 ਜੋਤੀਆਂ ਨੇ, ਜੋ ਪ੍ਰਕਾਸ਼ ਨੇ, ਇਹਨਾਂ ਨੂੰ ਵੀ ਪ੍ਰਕਾਸ਼ ਕਰਨ ਵਾਲਾ ਪਰਮਾਤਮਾ ਹੈ। ਉਹ ਖੱਟ ਜੋਤੀਆਂ ਦਾ ਪ੍ਰਕਾਸ਼ਕ ਹੈ। ਭਾਵ ਕਿ ਇੱਦਾਂ ਨਹੀਂ ਕਿ ਪਰਮਾਤਮਾ ਕਿਸੇ ਤੋਂ ਪ੍ਰਕਾਸ਼ ਲੈ ਕੇ ਫਿਰ ਸਾਡੇ ਤੱਕ ਪ੍ਰਕਾਸ਼ ਪਹੁੰਚਾਉਂਦਾ ਹੈ, ਨਹੀਂ, ਬਲਕਿ ਜੋ ਸੂਰਜ ਨੇ, ਤਾਰੇ, ਚੰਦਰਮਾ, ਬਿਜਲੀ ਆਦਿਕ, ਇਹਨਾਂ ਨੂੰ ਵੀ ਪ੍ਰਕਾਸ਼ ਕਰਨ ਵਾਲਾ ਉਹ ਪਰਮਾਤਮਾ ਅਕਾਲ ਪੁਰਖ ਹੈ। ਇਹ ਸਾਰੇ ਉਹਨਾਂ ਤੋਂ ਪ੍ਰਕਾਸ਼ ਲੈਂਦੇ ਨੇ। ਉਹ ਪਰਤੇ ਪ੍ਰਕਾਸ਼ਕ ਨਹੀਂ ਹੈ ਪਰਮਾਤਮਾ। ਅਮਿਤੋਜ ਕਹਿਜੈ, ਅਮਤੋਜ ਕਹਿਜੈ। ਕਈ ਇਸ ਦਾ ਉਚਾਰਨ ਐੜਾ ਮੰਮੇ ਨੂੰ ਬਿਹਾਰੀ ਕਰਕੇ ਕਰਦੇ ਨੇ, ਅਮਿਤੋਜ। ਅਮੀ ਤਾਂ ਰੋਗਾਂ ਨੂੰ ਕਹਿੰਦੇ ਨੇ, ਪਾਪਾਂ ਨੂੰ ਕਹਿੰਦੇ ਨੇ। ਇੱਥੇ ਹੈਗਾ ਅਮਿਤ ਓਜ। ਇਹ 2 ਸ਼ਬਦਾਂ ਤੋਂ ਮਿਲ ਕੇ ਪੜ੍ਹਿਆ ਹੈ, ਅਮਿਤ ਓਜ। ਮਿੱਤ ਕਹਿੰਦੇ ਨੇ ਗਿਣਤੀ ਨੂੰ, ਜਿਵੇਂ ਆਪਾਂ ਕਹਿੰਦੇ ਨੇ ਕਿ ਮਿਣਤੀ ਕਰਨੀ ਹੈ। ਮਿੱਤ, ਮਿੱਤ ਹੋ ਗਈ ਗਿਣਤੀ, ਤੇ ਅੱਗੇ ਐੜਾ ਲੱਗ ਗਿਆ ਅਮਿਤ, ਗਿਣਤੀ ਤੋਂ ਰਹਿਤ। ਗਿਣਤੀ ਤੋਂ ਰਹਿਤ ਕੀ ਹੈ? ਉਸ ਦਾ ਓਜ। ਜੋ ਪਰਮਾਤਮਾ ਦਾ ਬਲ ਹੈ ਉਹ ਗਿਣਿਆ ਨਹੀਂ ਜਾਂਦਾ। ਅਮਿਤੋਜ ਕਹਿਜੈ, ਭਾਵ ਕਿ ਗਿਣਤੀ ਤੋਂ ਰਹਿਤ ਹੈ ਉਸ ਦਾ ਬਲ। ਉਸ ਦਾ ਬਲ ਕੋਈ ਕਹਿ ਨਹੀਂ ਸਕਦਾ। ਹਰਨ ਭਰਨ ਜਾ ਕਾ ਨੇਤਰ ਫੋਰ। ਹੁਣ ਨੇਤਰ ਦੇ ਫੁਰਕ ਵਿੱਚ, ਫਰਕਣੇ ਵਿੱਚ ਪਰਮਾਤਮਾ ਸ੍ਰਿਸ਼ਟੀ ਨੂੰ ਸਾਜ ਸਕਦਾ ਹੈ ਅਤੇ ਸ੍ਰਿਸ਼ਟੀ ਨੂੰ ਲੈ, ਭਾਵ ਕਿ ਨਾਸ਼ ਵੀ ਕਰ ਸਕਦਾ ਹੈ। ਜਿਵੇਂ ਆਪਾਂ ਕਹਿੰਦੇ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ। ਉਹ ਪਰਮਾਤਮਾ ਵਿੱਚ ਇੰਨਾ ਓਜ, ਇੰਨਾ ਬਲ ਹੈ ਕਿ ਗਿਣਿਆ ਨਹੀਂ ਜਾ ਸਕਦਾ। ਕੋਟ ਇੰਦਰ ਇੰਦਰਾਣ। ਕੋਟ ਕਹਿੰਦੇ ਨੇ ਕਰੋੜਾਂ ਨੂੰ। ਇੰਦਰ, ਜਿਹੜੇ ਕਰੋੜਾ ਇੰਦਰ ਨੇ ਉਹਨਾਂ ਦਾ ਵੀ ਇੰਦਰਾਣ ਇੰਦਰ ਹੈ, ਅਕਾਲ ਪੁਰਖ। ਸਾਹੀ ਸਾਹਾਨ ਗਣਿਜੈ। ਜੋ ਵਿਸ਼ਨੂੰ, ਕੁਮੇਰ ਆਦਿਕ ਜੋ ਹੋਏ ਨੇ ਨਾ, ਜੋ ਮੰਨੇ ਨੇ, ਸ਼ਾਹੂਕਾਰ ਮੰਨੇ ਨੇ, ਪਰਮਾਤਮਾ ਇਹਨਾਂ ਦਾ ਵੀ ਸ਼ਾਹੂਕਾਰ ਹੈ। ਕਰੋੜਾਂ ਹੀ ਇੰਦਰਾਂ ਨੂੰ ਸਿੰਘਾਸਣ 'ਤੇ ਬਿਠਾਉਣ ਵਾਲਾ, ਕਰੋੜਾਂ ਹੀ ਵਿਸ਼ਨਾਂ ਨੂੰ ਵਿਸ਼ਨ ਸਿੰਘਾਸਣ 'ਤੇ ਬਿਠਾਉਣ ਵਾਲਾ ਉਹ ਪਰਮਾਤਮਾ ਹੈ। ਜਿਹੜੇ ਕਰੋੜਾਂ ਹੀ ਇੰਦਰ ਬਣਾਏ ਨੇ, ਕਰੋੜਾਂ ਹੀ ਵਿਸ਼ਨੂੰ ਬਣਾਏ ਨੇ, ਇਹ ਪਰਮਾਤਮਾ ਦੇ ਬਣਾਏ ਹੋਏ ਨੇ। ਅੱਗੇ ਕਹਿੰਦੇ ਨੇ ਗਣਿਜੈ, ਭਾਵ ਕਿ ਵਿਚਾਰੀ ਦੇ ਹਨ। ਕਰੋੜਾਂ ਹੀ ਇੰਦਰ, ਕਰੋੜਾਂ ਹੀ ਵਿਸ਼ਨੂੰ ਉਹ ਪਰਮਾਤਮਾ ਦੇ ਬਣਾਏ ਹੋਏ ਵਿਚਾਰੀ ਦੇ ਹਨ। ਹੁਣ ਜੋ ਇੰਦਰ ਹੈ ਇਹ ਆਪਣੀ ਇੰਦਰਾਣੀ ਘਰ ਵਾਲੀ ਦੇ ਨਾਲ ਬੈਠ ਕੇ, ਅਤੇ ਜੋ ਵਿਸ਼ਨੂੰ ਹੈ ਲక్ష్ਮੀ ਨਾਲ ਬੈਠ ਕੇ ਇਹ ਆਪਣੇ ਸਰੂਪ ਦੀ ਵਿਚਾਰ ਕਰਦੇ ਨੇ ਕਿ ਸਾਡਾ ਸਰੂਪ ਕੀ ਹੈ। ਇਸ ਤਰ੍ਹਾਂ ਇਹ ਸ਼ਾਹੂਕਾਰ ਦਾ ਸ਼ਾਹੂਕਾਰ ਪਰਮਾਤਮਾ ਹੈ, ਸਾਹਾਂ ਦਾ ਵੀ ਸਾਹ ਹੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ। ਤ੍ਰਿਭਵਨ ਮਹੀਪ, ਮਹੀਪ ਕਹਿੰਦੇ ਨੇ ਰਾਜੇ ਨੂੰ,
ਤ੍ਰਿਭਵਨ ਤਿੰਨਾਂ ਲੋਕਾਂ ਦਾ ਮਹੀਪ ਜੋ ਰਾਜਾ ਹੈ। ਸੁਰ ਨਰ ਅਸੁਰ ਸੁਰ ਦੇਵਤੇ ਨਰ ਮਨੁੱਖ ਆਸੁਰ ਦੈਂਤ। ਨੇਤ ਨੇਤ ਬਣ ਤ੍ਰਿਣ ਕਹਿਤ। ਨੇਤ ਨੇਤ ਇਹ ਇੱਕੋ ਗੱਲ ਕਹਿੰਦੇ ਨੇ, ਨੇਤ ਨੇਤ। ਨੇਤ ਨੇਤ ਬਣਿਆ ਹੈ, ਨਾ ਇਤੀ ਕਾਰਜਾ ਨਾ ਇਤੀ ਕਾਰਨਾ, ਨਾ ਇਤੀ ਸੂਖਮ ਨਾ ਇਤੀ ਸਥੂਲਾ। ਭਾਵ ਕਿ ਉਹ ਪਰਮਾਤਮਾ ਬੇਅੰਤ 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 ਹੈ, ਉੱਥੋਂ ਬਣਿਆ ਹੈ ਨੇਤ ਨੇਤ। ਭਾਵ ਕਿ ਕਾਰਜਾਂ ਕਰਕੇ ਪਰਮਾਤਮਾ ਦਾ ਕੋਈ ਅੰਤ ਨਹੀਂ ਆ ਸਕਦਾ, ਕਾਰਨਾਂ ਕਰਕੇ ਕੋਈ ਅੰਤ ਨਹੀਂ ਆ ਸਕਦਾ। ਉਹ ਕਿੰਨਾ ਸੂਖਮ ਹੈ, ਕਿੰਨਾ ਸਥੂਲ ਹੈ, ਨਾ ਇਤੀ ਸੂਖਮ ਨਾ ਇਤੀ ਸਥੂਲਾ। ਜਿਵੇਂ ਜਪਜੀ ਸਾਹਿਬ ਦੀ ਬਾਣੀ 'ਚ ਆਉਂਦਾ ਹੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਨਾ ਸਿਫਤਾਂ ਦਾ ਹੀ ਅੰਤ ਹੈ। ਅੰਤ ਨਾ ਕਰਨਾ ਦੇਣ ਨਾ ਅੰਤ, ਕਿੰਨੇ ਕਰਤੇ ਜਾਂ ਉਹ ਕਰਨ ਵਾਲਾ ਪਰਮਾਤਮਾ ਹੈ, ਉਸ ਦਾ ਅੰਤ ਨਹੀਂ ਹੈ। ਅੰਤ ਨਾ ਵੇਖਣ ਸੁਣਨ ਨਾ ਅੰਤ। ਇਹ ਸਾਰੀ ਪੌੜੀ ਅੰਤ 'ਤੇ ਜੋ ਲਿਖੀ ਹੈ, ਮਹਾਰਾਜ ਕਹਿੰਦੇ ਤਾਂ ਕਿ ਅੰਤ ਨਾ ਪਾਇਆ ਜਾਹੇ, ਕਿ ਪਰਮਾਤਮਾ ਦਾ ਕੋਈ ਅੰਤ ਨਹੀਂ ਪਾ ਸਕਦਾ। ਉਹਨੂੰ ਬਸ ਆਪਾਂ ਨੇਤ ਨੇਤ ਬੇਅੰਤ ਬੇਅੰਤ ਹੀ ਕਹਿ ਸਕਦੇ ਹਾਂ, ਨਮਸਕਾਰ ਹੀ ਕਰ ਸਕਦੇ ਹਾਂ। ਬਣ ਤ੍ਰਿਣ ਕਹਿਤ। ਬਣ ਉਹ ਬਨਾਂ ਵਿੱਚ ਵੀ ਹੈ, ਤ੍ਰਿਣ ਕੱਖਾਂ ਵਿੱਚ ਵੀ ਹੈ। ਬਣ ਦਾ ਅਰਥ ਹੈ ਸਰੀਰ, ਉਹ ਸਰੀਰਾਂ ਵਿੱਚ ਵੀ ਹੈ। ਤ੍ਰਿਣ ਜੋ ਇੰਦਰੇ ਨੇ, ਉਹ ਇੰਦਰੇ ਸਾਰੇ ਹੀ ਤੇਰੇ ਨਾਮ ਦਾ ਕਥਨ ਕਰਦੇ ਨੇ। ਬਣ ਜਿੰਨੇ ਵੀ ਸਰੀਰ ਨੇ, ਤ੍ਰਿਣ ਜਿੰਨੇ ਵੀ ਇੰਦਰੇ ਨੇ, ਸਾਰੇ ਤੇਰੇ ਨਾਮ ਦਾ ਕਥਨ ਕਰਦੇ ਨੇ। ਆਪ ਜੀ ਦਾ ਕੋਈ ਅੰਤ ਨਹੀਂ ਪਾ ਸਕਦਾ। ਬਣ ਤ੍ਰਿਣ ਜਿਹੜੇ ਜੜ ਔਰ ਚੇਤਨ ਨੇ, ਸਾਰਿਆਂ ਵਿੱਚ ਆਪ ਜੀ ਵਿਆਪਕ ਹੋ। ਬਣ ਕਹਿੰਦੇ ਨੇ ਬਾਣ ਪ੍ਰਸਤੀ, ਤ੍ਰਿਣ ਕਹਿੰਦੇ ਨੇ ਕੱਖ ਖਾਣ ਵਾਲੇ, ਤੇ ਤ੍ਰਿਣ ਜੋ ਇੰਦਰੇ ਪਰਨੇ, ਜੋ ਜੋਗੀ ਨੇ, ਜੋ ਇੰਦਰੀਆਂ ਦੇ ਸਹਾਰੇ ਦੇਖਣ ਵਾਲੇ ਜੋਗੀ ਨੇ। ਬਣ ਤ੍ਰਿਣ ਭਾਵ ਕਿ ਕਿੰਨਾ ਨਹੀਂ ਕਥਨ ਕੀਤਾ, ਕਿੰਨਾ ਨਹੀਂ ਤੁਹਾਨੂੰ ਕਥਨ ਕਰਨਾ ਕੀਤਾ, ਪਰ ਕਿਸੇ ਨੇ ਤੇਰਾ ਅੰਤ ਨਹੀਂ ਪਾਇਆ। ਵਾਹਿ ਸਰਬ ਨਾਮ। ਹੇ ਪਰਮਾਤਮਾ ਸੱਚੇ ਪਾਤਸ਼ਾਹ ਜੀਓ, ਤੁਹਾਡੇ ਜਿੰਨੇ ਵੀ ਸਾਰੇ ਜੋ ਨਾਮ ਨੇ, ਕੀਰਤਮ ਨਾਮ ਨੇ, ਕਥਾ ਕਵਣ ਕਿਵੇਂ ਕਥਨ ਕਰੀਏ, ਕਿਵੇਂ ਵਰਣਨ ਕਰੀਏ। ਭਾਵ ਕਿ ਕਿਵੇਂ ਅਸੀਂ ਨਾਮਾਂ ਨੂੰ ਕਥਨ ਕਰ ਸਕਦੇ ਹਾਂ। ਕਰਮ ਨਾਮ। ਕਰਮ ਨਾਮ ਜੋ ਆਪ ਜੀ ਦੇ ਕੀਰਤਮ ਨਾਮ ਨੇ। ਕੀਰਤਮ ਨਾਮ ਹੁੰਦੇ ਨੇ ਜੋ ਆਪਾਂ ਕਰਮ ਦੇਖ ਕੇ ਜੋ ਨਾਮ ਰੱਖੀਏ। ਧਰਤੀ ਦੀ ਪਾਲਣਾ ਕਰਦਾ ਹੈ ਤਾਂ ਨਾਮ ਗੋਪਾਲ ਪੈ ਗਿਆ। ਇੰਦਰੀਆਂ ਦੀ ਰੱਖਿਆ ਕਰਦਾ ਹੈ ਤਾਂ ਨਾਮ ਗੋਬਿੰਦ ਪੈ ਗਿਆ। ਨਰਾਂ ਨਰਾਂ ਵਿੱਚ ਜਿਸ ਦਾ ਘਰ ਹੈ, ਉਸ ਦਾ ਨਾਮ ਨਰਾਇਣ ਪੈ ਗਿਆ। ਸਾਰੇ ਪਾਸੇ ਰਮਿਆ ਹੋਇਆ ਹੈ, ਉਸ ਦਾ ਨਾਮ ਰਾਮ ਪੈ ਗਿਆ। ਹਰ ਜੋ ਸਾਰਿਆਂ ਦੇ ਦੁੱਖਾਂ ਨੂੰ ਹਰਦਾ ਹੈ, ਉਸ ਦਾ ਨਾਮ ਹਰੀ ਪੈ ਗਿਆ। ਇਸੇ ਤਰ੍ਹਾਂ ਹੇ ਪਰਮਾਤਮਾ ਅਕਾਲ ਪੁਰਖ, ਤੇਰੇ ਜੋ ਕੀਰਤਮ ਨਾਮ ਨੇ, ਉਹ ਅਸੀਂ ਕਿਵੇਂ ਕਥਨ ਕਰੀਏ। ਪਰ ਆਪ ਜੀ ਕਿਰਪਾ ਨਾਲ ਜਿੰਨੀ ਆਪ ਜੀ ਨੇ ਸੁਮੱਤ ਬਖਸ਼ੀ ਹੈ, ਕਰਮ ਨਾਮ ਜੋ ਆਪ ਜੀ ਦੇ ਕੀਰਤਮ ਨਾਮ ਨੇ, ਵਰਣਤ ਸੁਮਤ। ਜਿਵੇਂ ਬਿਆਸ ਆਦਿ ਕਵੀਆਂ ਨੇ ਵੀ ਕੀਰਤਮ ਨਾਮ ਲਿਖੇ ਨੇ, ਪਰ ਮਹਾਰਾਜ ਕਹਿੰਦੇ ਵੀ ਤੇਰੇ ਨਾਮ ਕੀਰਤਮ ਕਰਮ ਨਾਮ ਵਰਣਤ ਸੁਮਤ। ਜਿੰਨੀ ਆਪ ਜੀ ਨੇ ਸੁਮਤ ਸ੍ਰੇਸ਼ਟ ਮਤੀ ਬਖਸ਼ੀ ਹੈ,
ਉਨੀ ਆਪ ਜੀ ਦੀ ਕਿਰਪਾ ਨਾਲ ਆਪ ਜੀ ਦੇ ਨਾਮ ਕਥਨ ਕਰਦਾ ਹਾਂ। ਦੂਜਾ ਅਰਥ ਇਹ ਵੀ ਕਰਿਆ ਕਰਦੇ ਨੇ ਕਿ ਜਿਨ੍ਹਾਂ 'ਤੇ ਆਪ ਜੀ ਨੇ ਕਰਮ ਬਖਸ਼ੀ ਕੀਤੀ ਹੈ। ਆਪਾਂ ਕਹਿੰਦੇ ਹਾਂ ਨਾ, ਕਰਮ ਮਿਲੈ ਆਖਣ ਤੇਰਾ ਨਾਉ। ਕਰਮ ਕਹਿੰਦੇ ਨੇ ਖੁਸ਼ੀ ਨੂੰ, ਕਰਮ ਕਹਿੰਦੇ ਨੇ ਕਿਰਪਾ ਨੂੰ। ਜਿਨ੍ਹਾਂ 'ਤੇ ਤੇਰੀ ਕਿਰਪਾ ਹੋਈ ਹੈ ਉਹੀ ਤੇਰੇ ਨਾਮ ਨੂੰ ਆਖਦੇ ਨੇ, ਉਹੀ ਤੇਰੇ ਨਾਮ ਨੂੰ ਉਚਾਰਦੇ ਨੇ। ਜਿਨ੍ਹਾਂ 'ਤੇ ਕਰਮ ਬਖਸ਼ੀ ਹੋਈ ਹੈ ਉਹਨਾਂ ਦੀ ਲਿਵ ਫਿਰ ਨਾਮ ਵਿੱਚ ਜੁੜੀ ਹੈ। ਉਹਨਾਂ ਦੀ ਮਤੀ ਸ੍ਰੇਸ਼ਟ ਮਤੀ ਉਹਨਾਂ ਦੀ ਬਣ ਗਈ ਹੈ। ਉਹ ਤੇਰਾ ਹੀ ਨਾਮ ਉਚਾਰਦੇ ਨੇ। ਹੁਣ ਅੱਗੇ ਜਾ ਕੇ ਪ੍ਰਸ਼ਨ ਕਰਦੇ ਨੇ ਕਿ ਜੇ ਉਸ ਪਰਮਾਤਮਾ ਦੇ ਜੋ ਕਰਮ ਨਾਮ ਨੇ, ਜੋ ਵਰਣਨ ਨਹੀਂ ਕੀਤੇ ਜਾ ਸਕਦੇ, ਨਹੀਂ ਉਚਾਰੇ ਜਾ ਸਕਦੇ, ਤਾਂ ਫਿਰ ਆਪ ਜੀ ਕਿਉਂ ਉਚਾਰਦੇ ਹੋ? ਤਾਂ ਮਹਾਰਾਜ ਅੱਗੇ ਉੱਤਰ ਦਿੰਦੇ ਨੇ ਕਿ ਵਰਣਤ ਸਮਤ, ਕਿ ਸ੍ਰੇਸ਼ਟ ਮਤੀ ਵਾਸਤੇ, ਕਿ ਸਾਡੀ ਸ੍ਰੇਸ਼ਟ ਮਤੀ ਬਣ ਜਾਵੇ ਤਾਂ ਅਸੀਂ ਉਸ ਪਰਮਾਤਮਾ ਦੇ ਨਾਮ ਉਚਾਰਦੇ ਹਾਂ ਕਿ ਉਸ ਦਾ ਨਾਮ ਜਪਣੇ ਕਰਕੇ, ਉਚਾਰਨ ਕਰਕੇ ਜੋ ਸਾਡੀ ਮਤੀ ਹੈ, ਸਾਡੀ ਬੁੱਧੀ ਹੈ, ਉਹ ਸ੍ਰੇਸ਼ਟ ਹੋ ਜਾਵੇ, ਤਾਂ ਉਸ ਦੇ ਨਾਮ ਉਚਾਰਦੇ ਹਾਂ। ਸੋ ਇਸੇ ਤਰ੍ਹਾਂ ਪਹਿਲੀ ਪੌੜੀ ਵਿੱਚ, ਪਹਿਲੇ ਛੰਦ ਵਿੱਚ ਉਸ ਨਿਰਗੁਣ ਸਰੂਪ ਦਾ ਕਲਗੀਧਰ ਪਿਤਾ ਨੇ ਵਰਣਨ ਕੀਤਾ ਹੈ। ਸੋ ਅੱਗੇ ਭੁਜੰਗ ਪ੍ਰਿਆਤ ਛੰਦ ਅਨੇਕਾਂ ਵਾਰਾਂ ਹੀ, ਅਨੇਕਾਂ ਹੀ ਨਾਮ ਅੱਗੇ ਆਉਣਗੇ, ਉਹ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸੋ ਇੰਨਾ ਸਮਾਂ ਹੀ ਪ੍ਰਵਾਨ ਕਰਨਾ। ਸਤਿਗੁਰੂ ਜੀ ਕਿਰਪਾ ਕਰਨ, ਜੋ ਪੜ੍ਹਦੇ ਸੁਣਦੇ ਹਾਂ ਗੁਰਬਾਣੀ, ਜੋ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ਦੇ ਨੇ, ਉਹ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਹੋਈਆਂ ਭੁੱਲਾਂ ਦੀ ਖਿਮਾ ਦੇਹੋ ਸੱਜਣ ਅਸੀਸੜੀਆ, ਜੋ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ